ਹਾਂਜੀ ਸਰੋਤਿਓ, ਤਤ ਗੁਰਮਤਿ ਗਿਆਨ ਚੈਨਲ ਦੇ ਉੱਪਰ ਆਪ ਜੀ ਦਾ ਇੱਕ ਵਾਰੀ ਫਿਰ ਸਵਾਗਤ ਹੈ। ਔਰ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਜਨਮ ਸਾਖੀਆਂ ਦੀ ਪੜਚੋਲ, ਜਿਹਦਾ ਕਿ ਭਾਗ ਨੰਬਰ 13ਵਾਂ ਲੈ ਕੇ ਅੱਜ ਅਸੀਂ ਤੁਹਾਡੇ ਤੱਕ ਆ ਰਹੇ ਹਾਂ, ਜਿਹਦੇ ਵਿੱਚ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਉਹ ਗੱਲਬਾਤ ਕਰ ਰਹੇ ਹਾਂ ਜਿਹਦੇ ਬਾਰੇ ਬਹੁਤ ਜ਼ਿਆਦਾ ਉਤਾਰ ਚੜਾਅ ਜਿਹੜੇ ਨੇ ਗੁਰੂ ਪਾਤਸ਼ਾਹ ਜੀ ਤੋਂ ਕੋਹਾਂ ਦੂਰ ਦੀਆਂ ਗੱਲਾਂ ਗੁਰੂ ਨਾਨਕ ਦੀ ਵਿਚਾਰਧਾਰਾ ਤੋਂ ਉਹ ਲਿਖੀਆਂ ਸਾਨੂੰ ਮਿਲਦੀਆਂ ਨੇ। ਤੇ ਆਪਾਂ ਇਹਨਾਂ ਸਾਖੀਆਂ ਦੀ ਚੀਰ ਫਾੜ ਕਰਕੇ ਤੁਹਾਡੇ ਤੱਕ ਕੁਝ ਸੱਚਾਈ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਿ ਅਸੀਂ ਜੋ ਰੈਵੋਲਿਊਸ਼ਨ ਖੜਾ ਕਰਨ ਵਾਲੇ ਬਾਬੇ ਨੇ ਉਹਨਾਂ ਦੀ ਉਸ ਕੁਰਬਾਨੀ ਨੂੰ, ਸੱਚ ਦੇ ਪ੍ਰਤੀਕ ਗੁਰੂ ਨਾਨਕ ਨੂੰ ਸੁਣਦਿਆਂ, ਪੜ੍ਹਦਿਆਂ, ਸਮਝਦਿਆਂ ਅਸੀਂ ਵੀ ਖੁਦ ਚੰਗਾ ਰਾਹ ਅਖਤਿਆਰ ਕਰ ਸਕੀਏ ਔਰ ਚੰਗੇ ਪਾਸੇ ਤੁਰਦੇ ਹੋਏ ਆਪਣਾ ਇੱਕ ਚੰਗਾ ਜੀਵਨ, ਚੰਗਾ ਸਮਾਜ ਜਿਹੜਾ ਹੈ ਉਹ ਸਿਰਜ ਸਕੀਏ। ਕਰਾਮਾਤਾਂ ਦਾ ਜੂਲਾ ਸਾਡੇ ਸਿਰ ਤੋਂ ਵੀ ਲਵੇ ਔਰ ਜੋ ਗੁਰੂ ਨਾਨਕ ਦੇ ਮੂੰਹ ਪਾਈਆਂ ਗਈਆਂ ਗੱਲਾਂ ਨੇ, ਲਿਖਣ ਵਾਲੀਆਂ ਸਾਖੀਆਂ ਜੋ ਲਿਖੀਆਂ ਗਈਆਂ ਨੇ, ਉਹਨਾਂ ਤੋਂ ਵੀ ਆਪਾਂ ਛੁਟਕਾਰਾ ਆਪਣਾ ਕਰਵਾ ਸਕੀਏ। ਇੱਕ ਵਾਰ ਫਿਰ ਤੋਂ ਆਪਣੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ ਸਤਿਕਾਰਯੋਗ ਪ੍ਰੋਫੈਸਰ ਇੰਦਰ ਸਿੰਘ ਜੀ ਘੱਗਾ ਜੀ। ਬਾਪੂ ਜੀ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਹਾਂ। ਹਾਂਜੀ ਬਾਪੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਪੂ ਜੀ ਠੀਕ ਠਾਕ? ਬਿਲਕੁਲ ਚੜ੍ਹਦੀ ਕਲਾ। ਬਾਪੂ ਜੀ, ਅੱਜ ਆਪਾਂ ਜਿਹੜੀ ਗੱਲ ਕਰ ਰਹੇ ਸੀ ਨਾ ਸੁਮੇਰ ਪਰਬਤ ਦੀ, ਪਿਛਲੇ ਦਿਨ ਵੀ ਆਪਾਂ ਗੱਲ ਕੀਤੀ ਕਿ ਗੁਰੂ ਨਾਨਕ ਸੁਮੇਰ ਪਰਬਤ ਤੇ ਗਏ ਤੇ ਬਾਬਾ ਜੀ ਨੂੰ ਫਿਰ ਉਹਨਾਂ ਨੇ ਆਖਿਆ ਵੀ ਤੂੰ ਕਿੰਨੀ ਕੁ ਜਲਦੀ ਉੱਥੇ ਪਹੁੰਚ ਜਾਏਗਾ, ਸਾਡੇ ਨਾਲੋਂ ਜਲਦੀ ਤਾਂ ਨਹੀਂ ਪਹੁੰਚੇਗਾ ਨਾ। ਅਚਲ ਬਟਾਲੇ ਦੀ ਘਟਨਾ ਜਿਹੜੀ ਆਪਾਂ ਚਰਚਾ ਕੀਤੀ, ਉੱਥੇ ਨਾ ਇੱਕ ਛੋਟੀ ਜਿਹੀ ਗੱਲ ਰਹਿ ਗਈ ਸੀ। ਉਹਨਾਂ ਨੇ ਯੋਗੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਰਿਸ਼ਵਤ ਦੇਣ ਦਾ ਵੀ ਯਤਨ ਕੀਤਾ, ਹੀਰੇ ਮੋਤੀ ਜਵਾਹਰਾਤ ਢੇਰ ਲਾਤਾ ਮੂਹਰੇ, ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮੇਰੇ ਕਿਸੇ ਕੰਮ ਦੇ ਨਹੀਂ ਹਨ। ਇਹ ਵੀ ਗੱਲਾਂ ਵਿੱਚ ਹੈਗੀਆਂ ਨੇ, ਲਿਖੀਆਂ ਹੋਈਆਂ। ਹਾਂਜੀ ਹਾਂਜੀ, ਇਹਦਾ ਵੀ ਆਪਾਂ ਅੱਜ ਚਰਚਾ ਖੁੱਲ ਕੇ ਕਰਾਂਗੇ। ਬਾਪੂ ਜੀ, ਪਹਿਲਾਂ ਦੋ ਰੂਪ ਮਿਲਦੇ ਆਪਾਂ ਨੂੰ ਇਹਦੀ ਜਿਹੜੀ ਵਿਚਾਰ ਚਰਚਾ ਸਿੱਧਾ ਨਾਲ ਹੋਈ ਹੈ, ਜਿਹੜੀ ਸੁਮੇਰ ਜਾਣਾ 28 ਨੰਬਰ ਪੌੜੀ ਹੈ ਜਿਹੜੀ ਪਹਿਲੀ ਵਾਰ ਦੀ। ਹਾਂਜੀ। ਤੇ ਉਸ ਤੋਂ ਬਾਅਦ ਇਹ 28 ਤੋਂ 31 ਤੱਕ ਲਗਭਗ ਸਮਾਜ ਦੀ ਜਿਹੜੀ ਦਸ਼ਾ ਸੀ ਉਹਨੂੰ ਭਾਈ ਗੁਰਦਾਸ ਜੀ ਨੇ ਜੋ ਸੁਣਿਆ, ਜੋ ਸਮਝਿਆ, ਉਹਨੂੰ ਉਸ ਤਰੀਕੇ ਨਾਲ ਬਿਆਨ ਕੀਤਾ। ਹਾਂ। ਅੱਗੇ ਜਿਹੜੀ ਗੱਲ ਆਉਂਦੀ ਹੈ ਬਾਬਾ ਜੀ ਦਾ ਜੋ ਸ਼ਿਵਰਾਤ ਦਾ ਮੇਲਾ ਸੁਣ ਕੇ ਕਹਿੰਦੇ ਜਦੋਂ ਬਾਬਾ ਚੱਲ ਬਟਾਲੇ ਆਈ, ਚੱਲ ਬਟਾਲੇ ਦਾ ਜਾਣਾ, ਤੇ ਉੱਥੇ ਵੀ ਕਹਿੰਦੇ ਇਹਨਾਂ ਦੀ ਜਿਹੜੀ ਸਿੱਧ ਗੋਸ਼ਟੀ, ਜਿਹੜੀ ਸਿੱਧ ਗੋਸ਼ਟ ਬਾਣੀ ਦੇ ਨਾਮ ਤੇ ਵੀ ਦਰਜ ਹੈ, ਤੇ ਵੱਡੀ ਗੋਸ਼ਟ ਉੱਥੇ ਹੋਈ ਮੰਨਿਆ ਜਾਂਦਾ। ਹਾਂਜੀ। ਅੱਜ ਦਾ ਜਿਹੜਾ ਆਪਾਂ ਪਹਿਲਾ ਸਵਾਲ ਕਰਨ ਲੱਗੇ ਹਾਂ ਉਹ ਭਾਈ ਗੁਰਦਾਸ ਜੀ ਦੀਆਂ ਇਸ ਲਿਖਤ ਤੋਂ ਹੀ ਆ। ਸੁਮੇਰ ਦੀ ਜਿਹੜੀ 29 ਤੋਂ 32 ਤੱਕ, ਲਗਭਗ 31 ਤੱਕ ਉਹ ਪੌੜੀਆਂ ਭਾਈ ਗੁਰਦਾਸ ਜੀ ਨੇ ਲਿਖੀਆਂ। ਇਹਦੇ ਵਿੱਚ ਭਾਈ ਗੁਰਦਾਸ ਜੀ ਨੇ ਕੀ ਕੀ ਗੱਲਬਾਤ ਕੀਤੀ ਹੈ, ਕਿਹੜੇ ਸਵਾਲ ਜਵਾਬ ਜਿਹੜੇ ਨੇ ਉਹ ਗੁਰੂ ਨਾਨਕ ਸਾਹਿਬ ਦੇ ਨਾਲ ਰੱਖੇ ਜਦੋਂ ਇਹ ਸੁਮੇਰ ਜਾਣਾ ਦਾ ਨਾਮ ਦੇ ਕੇ ਭਾਈ ਗੁਰਦਾਸ ਜੀ ਨੇ ਜਿਹੜੀ ਲਿਖਤ ਲਿਖੀ ਆ। ਇਹਨੂੰ ਭਾਵੇਂ ਹੋਰ ਰੂਪ ਦੇ ਰਿਹਾ ਹੈ ਸਾਖੀਕਾਰ, ਆਪ ਜੀ ਦਾ ਇਹਦੇ ਬਾਰੇ ਕੀ ਕਹਿਣਾ ਜੀ? ਇੱਕ ਤਾਂ ਜਿਹੜੀਆਂ ਸਾਖੀਆਂ ਦਾ ਕੁਝ ਹੋਰ ਰੂਪ ਹੈ, ਉਹਨਾਂ ਨੇ ਤਾਂ ਜ਼ਿਆਦਾ ਕਰਾਮਾਤੀ ਕਹਾਣੀਆਂ ਬਣਾਈਆਂ ਨੇ, ਤੇ ਭਾਈ ਗੁਰਦਾਸ ਨੇ ਜਿੱਥੇ ਕਿਤੇ ਕੋਈ ਸੰਕੇਤਕ ਗੱਲ ਕਿਸੇ ਢੰਗ ਦੇ ਨਾਲ ਸਮਝਾਈ ਹੈ ਉਹਨੂੰ ਵੀ ਕਰਾਮਾਤ ਦਾ ਰੂਪ ਦੇ ਦਿੱਤਾ ਗਿਆ। ਅਸਲ ਦੇ ਵਿੱਚ ਭਾਈ ਗੁਰਦਾਸ ਜੀ ਦਾ ਜਿਹੜਾ ਸਾਖੀਆਂ ਤੋਂ ਕਿਤੇ ਵਧੀਆ ਸੱਚੋ ਸੱਚ ਸਾਨੂੰ ਉਹਨਾਂ ਦੀਆਂ ਵਾਰਾਂ 'ਚ ਮਿਲਦਾ ਹੈ, ਉਹਦੇ ਵਰਗਾ ਸਾਨੂੰ ਹੋਰ ਕਿਤੇ ਵਧੀਆ ਨਹੀਂ ਮਿਲਦਾ। ਇਹਨੂੰ ਵਿਸਾਰ ਦਿੱਤਾ ਗਿਆ ਤੇ ਨਿਕੰਮੇ ਲੋਕਾਂ ਦੀਆਂ ਲਿਖੀਆਂ ਹੋਈਆਂ, ਬੇਅਕਲ ਲੋਕਾਂ ਦੀਆਂ ਲਿਖੀਆਂ ਸਾਖੀਆਂ ਨੂੰ ਪ੍ਰਚਾਰ ਦਿੱਤਾ ਗਿਆ, ਤੇ ਉਹਦੇ ਆਧਾਰ ਤੇ ਫਿਰ ਸੂਰਜ ਪ੍ਰਕਾਸ਼ ਵਰਗੇ ਵੱਡੇ ਵੱਡੇ ਗ੍ਰੰਥ ਲਿਖ ਦਿੱਤੇ ਗਏ। ਭਾਈ ਗੁਰਦਾਸ ਤਾਂ ਇੱਥੋਂ ਤੱਕ ਕਹਿੰਦੇ ਨੇ, ਬਾਬੇ ਡਿੱਠੀ ਪ੍ਰਿਥਵੀ ਨਵਾਂ ਖੰਡ ਜਿੱਥੈ ਤੱਕ ਆਹੀ, ਜਿੱਥੋਂ ਤੱਕ ਵੀ ਧਰਤੀ ਦੇ ਉੱਤੇ ਵਰਤਾਰਾ ਵਰਤ ਰਿਹਾ ਜਾ ਸਕਦੇ ਸੀ ਗੁਰੂ ਨਾਨਕ ਸਾਹਿਬ ਸਾਰੇ ਕਿਤੇ ਜਾ ਕੇ ਉਹ ਵੇਖ ਆਏ। ਤੇ ਫਿਰ ਉਹਨਾਂ ਨੇ ਫਿਰ ਜਾਏ ਚੜਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ। ਉਹ ਸੁਮੇਰ ਪਰਬਤ ਤੇ ਜਿੱਥੇ ਜੋਗੀ ਲੁਕੇ ਬੈਠੇ ਸੀ ਤੇ ਆਪਣੇ ਆਪ ਨੂੰ ਭਗਤੀ ਤਪੱਸਿਆ ਆਦਿਕ ਦਾ ਛਲ ਨਾਟਕ ਕਰਦੇ ਸੀ, ਉਹਨਾਂ ਕੋਲੇ ਵੀ ਗੁਰੂ ਨਾਨਕ ਸਾਹਿਬ ਪਹੁੰਚ ਗਏ। 84 ਸਿੱਧ ਗੋਰ ਖਾਦ ਮਨ ਅੰਦਰ ਗਣਤੀ ਬਤਰਾਈ। ਇਹ 84 ਜਿਹੜੇ ਵੱਡੇ ਵੱਡੇ ਜੋਗੀ ਸਿੱਧ ਆਦਿਕ ਸੀ ਤੇ 6 ਮਹੀਨਿਆਂ ਪਿੱਛੋਂ, ਸਾਲ ਪਿੱਛੋਂ ਧਰਤੀ ਤੇ ਇੱਧਰ ਮੈਦਾਨੀ ਇਲਾਕੇ ਚ ਆਉਂਦੇ ਸੀ ਤੇ ਲੋਕਾਂ ਤੋਂ ਉਰਾਈ ਕਰਕੇ ਲੁੱਟ ਕੇ ਲੈ ਜਾਂਦੇ ਸੀ ਤੇ ਮੁੜ ਕੇ ਵਿਹਲੇ ਬੈਠੇ ਫਿਰ ਖਾਂਦੇ ਸੀ। ਉੱਥੇ ਆਲਤੀ ਪਾਲਤੀ ਆਸਣ, ਨਾਮ ਸਿਮਰਨ ਤੇ ਕਲਾਬਾਜ਼ੀਆਂ ਉੱਥੇ ਕਰਦੇ ਸੀ। ਤੇ ਜਦੋਂ ਸਿੱਧ ਪੁੱਛਣ ਸੁਣ ਬਾਲਿਆ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਨੇ, ਕਿਉਂਕਿ ਧਰਤੀ ਬਾਰੇ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਕੁਝ ਵੀ ਇੱਧਰ ਮੈਦਾਨੀ ਇਲਾਕੇ ਚ ਕੀ ਹੋ ਰਿਹਾ। ਕੌਣ ਸਖਤ ਤੁਹੇ ਇੱਥੇ ਲਿਆਈ, ਤੈਨੂੰ ਕਿਹੜੀ ਤਾਕਤ ਇੱਥੇ ਲਿਆਈ। ਤੇ ਉਹਨਾਂ ਵਾਸਤੇ ਹੈਰਾਨੀ ਸੀ ਕਿ ਸਾਡੇ ਵਾਲੀ ਥਾਂ ਤੇ ਇੰਨੇ ਉੱਚੇ ਪਹਾੜਾਂ ਤੇ
ਕਿਵੇਂ ਆ ਗਿਆ ਕੋਈ? ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਹਉ ਜਪਿਆ ਪਰਮੇਸ਼ਰੋ ਭਉ ਭਗਤ ਸੰਗ ਤਾੜੀ ਲਾਈ। ਭਾਈ ਰੱਬ ਦੇ ਆਸਰੇ ਨਾਲ ਅਸੀਂ ਆ ਗਏ ਆ ਇੱਥੇ, ਅਸੀਂ ਤਾਂ ਉਸੇ ਨੂੰ ਪਿਆਰ ਕਰਦੇ ਆ, ਹੋਰ ਕਿਹੜੀ ਇੱਥੇ ਗੱਲ ਹੈ ਜੀ। ਆਖਣ ਸਿਰ ਸੁਣ ਬਾਲਿਆ ਆਪਣਾ ਨਾਮ ਤੁਮ ਦੇਹ ਬਤਾਈ। ਹਾਂਜੀ, ਆਪਣਾ ਨਾਮ ਤਾਂ ਦੱਸ ਦਿਓ, ਤੁਸੀਂ ਕੌਣ ਹੋ? ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ। ਮੇਰਾ ਨਾਮ ਤਾਂ ਭਾਈ ਨਾਨਕ ਹੈ ਤੇ ਰੱਬ ਨੂੰ ਮੈਂ ਹਿਰਦੇ 'ਚ ਵਸਾਇਆ ਹੋਇਆ ਹੈ। ਜੀ। ਨੀਚ ਕਹਾਏ ਊਚ ਘਰ ਆਈ। ਹੁਣ ਇੱਥੇ ਤਾਂ ਇਹ ਗੱਲ ਤਾਂ ਹੋ ਗਈ ਇੱਕ ਪੌੜੀ ਦੀ, ਪਰ ਇਹ ਸਿੱਧਾ ਨੂੰ ਤਾਂ ਜਿਹੜੇ ਕਹਿੰਦੇ ਸੀ ਅਸੀਂ ਦੇਸ਼ ਦਾ ਨਿਸਤਾਰਾ ਕਰਾਂਗੇ, ਧਰਤੀ ਦੇ ਉੱਤੇ ਆਪਣੇ ਦੇਸ਼ ਦੇ ਲੋਕਾਂ ਬਾਰੇ ਵਰਤ ਰਹੇ ਵਰਤਾਰੇ ਦਾ ਵੀ ਨਹੀਂ ਸੀ ਪਤਾ। ਉਹ ਤਾਂ ਗੁਰੂ ਨਾਨਕ ਸਾਹਿਬ ਨੂੰ ਪੁੱਛ ਰਹੇ ਨੇ, ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ, ਉੱਥੇ ਕੀ ਹੋ ਰਿਹਾ ਭਾਈ? ਜੀ। ਹੁਣ ਜਿਹੜੇ ਲੋਕ ਆਪਣੇ ਸਿੱਧ ਜੋਗੀ ਧਰਮੀ ਅੱਜ ਵੀ ਗੁਰੂ ਨਾਨਕ ਦਾ ਨਾਮ ਲੈ ਕੇ ਭੋਰਿਆਂ 'ਚ ਚਲੀਹੇ ਕੱਟਦੇ ਨੇ, ਪਾਠ ਕਰਦੇ ਨੇ, ਨਾਮ ਸਿਮਰਨ ਕਰਦੇ ਨੇ, ਭਗਤੀ ਤਮੱਸਿਆ ਦਾ ਖਿਸਖਣ ਕਰਦੇ ਨੇ, ਇਹਨਾਂ ਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਲੰਮੇ ਹੱਥੀਂ ਲਿਆ ਤੇ ਪਹਾੜਾਂ ਤੇ ਜਾ ਕੇ ਵੀ ਮੁਸ਼ਕਲਾਂ ਝੱਲ ਕੇ ਵੀ ਉਹਨਾਂ ਦਾ ਪਾਜ ਉਘੇੜਿਆ। ਤੇ ਸਾਡੇ ਵਿੱਚ ਚੱਲਣ ਵਾਲੇ ਸਾਧ ਸੰਤ ਬ੍ਰਹਮ ਗਿਆਨੀ 108 1008 ਕਿੰਨੀ ਕਿਸਮ ਦੇ ਨੇ ਪਾ ਕੇ ਧਰਮ ਦੇ ਚੋਲੇ, ਤੇ ਉਹ ਅੱਜ ਤੱਕ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ। ਗੁਰਬਾਣੀ ਦਾ ਸਹਾਰਾ ਲੈ ਕੇ, ਗੁਰਬਾਣੀ ਪੜ੍ਹ ਕੇ ਗੁਰਬਾਣੀ ਦੇ ਉਲਟ ਸਾਰੇ ਕੰਮ ਕਰ ਰਹੇ ਨੇ। ਤੇ ਕਮਾਲ ਇਹ ਹੈ, ਉਹਨਾਂ ਸਿੱਧਾਂ ਜੋਗੀਆਂ ਵਾਂਗੂ ਆਪਣੇ ਆਪ ਨੂੰ ਮਹਾਪੁਰਖ ਬ੍ਰਹਮ ਗਿਆਨੀ ਸਿੱਧ ਜੋਗੀ ਪਹੁੰਚੇ ਹੋਏ ਬਹੁਤ ਕੁਝ ਅਖਬਾਰੇ ਨੇ। ਤੇ ਇੱਥੇ ਤਾਂ ਸਾਰਾ ਕੁਝ ਜਦੋਂ ਪੁੱਛਦੇ ਨੇ ਮਾਤ ਲੋਕ ਵਿੱਚ ਕਿਆ ਵਰਤਾਰਾ, ਜੀ। ਬਾਬੇ ਆਖਿਆ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ। ਇੱਥੇ ਤਾਂ ਦੇਸ਼ ਦੇ ਵਿੱਚ ਅੰਧਿਆਰਾ ਵਰਤਿਆ, ਭਾਵ ਕਿ ਅਗਿਆਨਤਾ ਹੀ ਅਗਿਆਨਤਾ ਹੈ। ਕੂੜ ਅਮਾਵਸ ਵਰਤਿਆ ਹਉ ਭਾਲਣ ਚੜਿਆ ਸੰਸਾਰਾ, ਪਾਪ ਗਰਾਸੀ ਪਿਰਥ ਮੀ ਧੌਲ ਖੜਾ ਕਰ ਧਰ ਹੇਠ ਪੁਕਾਰਾ। ਭਾਵ ਕਿ ਧਰਤੀ ਦਾ ਬਲਦ ਵੀ ਅਲੰਕਾਰਕ ਤੌਰ ਤੇ ਜੋ ਪ੍ਰਚਲਿਤ ਮੁਹਾਵਰਾ ਹੈ ਜੀ। ਵੀ ਧਰਤੀ ਦੇ ਹੇਠਲਾ ਬਲਦ ਤੱਕ ਵੀ ਕੰਬੀ ਜਾਂਦਾ ਹੈ ਵੀ ਮੇਰੇ ਤੇ ਬਹੁਤ ਪਾਪਾਂ ਦਾ ਭਾਰ ਪੈ ਗਿਆ। ਹਾਂਜੀ। ਤੇ ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਤੁਸੀਂ ਪਰਬਤਾਂ 'ਚ ਪਹਾੜਾਂ 'ਚ ਲੋਕੇ ਬੈਠ ਗਏ ਤੇ ਆਪਣੇ ਲੋਕਾਂ ਦਾ ਪਾਰ ਨਿਸਤਾਰਾ ਕੌਣ ਕਰਾਊਗਾ? ਬਿਲਕੁਲ। ਜੋਗੀ ਗਿਆਨ ਵਿਹੋਣਿਆ ਨਿਸਦਨ ਅੰਗ ਲਗਾਏ ਛਾਰਾ। ਤੁਸੀਂ ਗਿਆਨ ਤੋਂ ਸਖਣੇ ਲੋਕ ਸਵਾਹ ਮਲ ਕੇ ਪਿੰਡੇ ਤੇ ਪਹਾੜਾਂ ਤੇ ਲੋਕੇ ਬੈਠ ਗਏ। ਬਾਜ ਗੁਰੂ ਡੁੱਬਾ ਜਗ ਸਾਰਾ। ਸਾਰਾ ਆਪਣਾ ਦੇਸ਼ ਆਪਣਾ ਸੰਸਾਰ ਸਾਰਾ ਹੀ ਗਰਕ ਗਿਆ। ਤੁਹਾਡੇ ਵਰਗੇ ਥੋੜੇ ਬਹੁਤੇ ਅਕਲਮੰਦ ਲੋਕ ਸੀ, ਉਹ ਭਗੌੜੇ ਹੋ ਗਏ। ਤੇ ਗੁਰੂ ਨਾਨਕ ਸਾਹਿਬ ਤਾਂ ਇਹਨਾਂ ਨੂੰ ਲਾਹਨਤਾਂ ਪਾ ਰਹੇ ਨੇ, ਮੈਦਾਨ 'ਚ ਉਤਰਨ ਵਾਸਤੇ ਕਹਿ ਰਹੇ ਨੇ। ਪਰ ਅੱਜ ਬੇਅੰਤ ਸਾਡੇ ਸਾਧ ਸੰਤ ਬਾਬੇ ਗੁਰਬਾਣੀ ਦਾ ਜਿਹੜਾ ਇਹ ਸੱਚ ਹੈ, ਭਾਈ ਗੁਰਦਾਸ ਦਾ ਜੇ ਇਹ ਲਿਖਿਆ ਸੱਚ ਹੈ, ਇਹਨੂੰ ਪਾਸੇ ਰੱਖ ਕੇ ਆਪਣੇ ਆਪ ਨੂੰ ਸੰਤ ਭਗਤ ਤਪੱਸਿਆ ਕਰਕੇ ਭਗਤੀ ਕਰਕੇ ਅਖਾ ਰਹੇ ਨੇ। ਭਾਵੇਂ ਉਹ ਹਿਮਾਲਾ ਪਰਬਤ ਤੇ ਪਹਾੜਾਂ ਤੇ ਨਹੀਂ ਜਾਂਦੇ, ਪਰ ਇੱਥੇ ਵੀ ਕੰਮ ਉਹੀ ਸਾਰੇ ਕਰ ਰਹੇ ਨੇ ਜਿਹੜੇ ਸਿੱਧ ਜੋਗੀ ਕਰ ਰਹੇ ਸੀ। ਬਿਲਕੁਲ ਜੀ। ਨਾਲੇ ਜਦੋਂ ਵੀ ਆਪਾਂ ਬਾਪੂ ਜੀ ਇਦਾਂ ਦੀ ਗੱਲ ਕਰਦੇ ਆ ਨਾ, ਮੈਂ ਹਮੇਸ਼ਾ ਗੁਰਦੁਆਰਿਆਂ ਦੇ ਵਿੱਚ ਵੀ ਕਈਆਂ ਦੇ ਵਿੱਚ ਵੇਖਿਆ ਉੱਥੇ ਲਿਖ ਕੇ ਲਾਇਆ ਹੋਇਆ ਸਿਮਰਨ ਰੂਮ, ਭਗਤੀ ਰੂਮ। ਉਹ ਇਹੋ ਜਿਹੇ ਲੋਕਾਂ ਦੀ ਮਾਨਸਿਕਤਾ ਤੇ ਇਹ ਨਹੀਂ ਸਮਝ ਆਉਂਦੀ ਜਿਹੜਾ ਬਾਬਾ ਸਾਰੀ ਉਮਰ ਚੰਗੇ ਲੋਕਾਂ ਦੀ ਸੰਗਤ ਕਰਨ ਦੀ ਪ੍ਰੇਰਨਾ ਦਿੰਦਾ ਰਿਹਾ, ਖੁਦ ਕਰਦਾ ਰਿਹਾ। ਉਹ ਬਾਬੇ ਨਾਨਕ ਨੇ ਇਹ ਨਹੀਂ ਸੀ ਆਖਿਆ ਕਿ ਗੁਰਦੁਆਰੇ ਬਣਾ ਕੇ ਉਹਦੇ ਵਿੱਚ ਵੱਖਰੇ ਜਿਹੜੇ ਨੇ ਉਹ ਭਗਤੀ ਰੂਮ ਬਣਾਉਣੇ ਚਾਹੀਦੇ ਆ। ਹਾਂਜੀ। ਕਿਉਂਕਿ ਜਿਹੜਾ ਬੰਦਾ ਅੱਖਾਂ ਮੀਟ ਕੇ ਬਹਿ ਗਿਆ ਉਹਨੂੰ ਸਮਾਜ ਦੇ ਵਰਤਾਰੇ ਦਾ ਕੀ ਪਤਾ ਲੱਗੂਗਾ। ਇਹ ਸੰਗਤ ਵੀ ਜਿਹੜੀ ਬਣਾਈ ਹੈ ਨਾ ਬਾਪੂ ਜੀ, ਉੱਥੇ ਵੀ ਲਿਖਿਆ ਜਾਂਦਾ ਕਿ ਤੁਸੀਂ ਗੱਲਬਾਤ ਤਾਂ ਕਰ ਨਹੀਂ ਸਕਦੇ, ਉੱਥੇ ਤੁਸੀਂ ਅੱਖਾਂ ਮੀਟ ਕੇ ਬੈਠੋ, ਸੁਣੋ ਬਸ। ਔਰ ਆਪਣੇ ਆਪ ਦੇ ਵਿੱਚ ਜਦੋਂ ਜਿਹੜੇ ਸਾਡੇ ਗ੍ਰੰਥੀ ਨੇ ਜਾਂ ਸਾਡੇ ਪ੍ਰਚਾਰਕ ਨੇ, ਕੋਈ ਵੀ ਉੱਥੇ ਕੀਰਤਨ ਵਾਲੇ ਵੀ ਨੇ, ਉਹ ਨਾ ਉਹਨਾਂ ਦੇ ਕੋਲ ਚਲੋ ਰਾਗ ਵਿਦਿਆ ਹੋਈ ਜਾਂ ਸਮਾਜਿਕ ਸਮਝ ਨੂੰ ਤਾਂ ਤੁਸੀਂ ਛੱਡ ਹੀ ਦਿਓ। ਮਤਲਬ ਇੱਕ ਤਾਂ ਹੁੰਦੀ ਨਾ ਸਮਾਜ ਦੀ ਗੱਲ ਕਰਨੀ ਵੀ ਭਾਈ ਆਪਣੇ ਏਰੀਏ ਦੇ ਵਿੱਚ ਆਹ ਜਿਹੜੀ ਆ ਤਰੁੱਟੀ ਆ ਗਈ ਆ, ਆਹ ਕਮੀ ਪੇਸ਼ੀ ਚੱਲ ਰਹੀ ਹੈ, ਇਸ ਤਰੀਕੇ ਨਾਲ ਸਾਡੇ ਬੱਚਿਆਂ ਦਾ ਭਵਿੱਖ ਸਵਾਰਿਆ ਜਾ ਸਕਦਾ ਹੈ। ਤੇ ਆਹ ਮਤਲਬ ਜਿਹੜੀਆਂ ਗੱਲਾਂ ਉਹ ਤੇ ਹੋ ਸਕਦੀਆਂ ਸੀ ਜਿਸ ਪੱਧਰ ਦੀਆਂ, ਉਹਨਾਂ ਨੂੰ ਤਾਂ ਨਹੀਂ ਕੀਤਾ ਜਾਂਦਾ। ਸਗੋਂ ਲੋਕਾਂ ਨੂੰ ਉੱਥੇ ਅੱਖਾਂ ਮਿਟਾ ਕੇ ਆਪਣੇ ਦਰਬਾਰ ਸਾਹਿਬ ਤੋਂ ਵੀ ਕਈ ਕਥਾਕਾਰ ਤਾਂ ਇਦਾਂ ਦੇ ਨੇ ਜਿਨ੍ਹਾਂ ਦਾ ਟਾਈਮ ਪੂਰਾ ਨਹੀਂ ਹੁੰਦਾ, ਉਹ ਵਾਹਿਗੁਰੂ ਦਾ ਸਿਮਰਨ ਹੀ ਕਰਾਉਣ ਲੱਗ ਜਾਂਦੇ ਆ। ਬਿਲਕੁਲ। ਇਹ ਕਿਉਂਕਿ ਸਮਾਂ ਪੂਰਤੀ ਜਿਹੜੇ ਲੋਕ ਕਰਵਾਉਂਦੇ ਆ ਉਹਨਾਂ ਦਾ ਸਾਫ਼ ਪਤਾ ਲੱਗ ਜਾਂਦਾ ਹੈ। ਲੋਕਾਂ ਨੇ ਇਹ ਜਿਹੜਾ ਸ਼ਾਰਟਕਟ ਅਪਣਾਉਣ ਦੀ ਕੋਸ਼ਿਸ਼ ਕਰਦੇ, ਗਿਆਨ ਤੋਂ ਵੀ ਹੋਣੇ ਲੋਕ। ਜਿਵੇਂ ਹੁਣੇ ਆਖਿਆ ਨਾ, ਬਾਜ ਗੁਰੂ ਡੁੱਬਾ ਜੱਗ ਸਾਰਾ। ਇਹ ਤਾਂ ਜਦੋਂ ਗਿਆਨ ਦੀ ਪੈੜ ਪੱਟਣੀ ਨਹੀਂ, ਚੰਗੇ ਪਾਸੇ ਤੁਰਨਾ ਹੀ ਨਹੀਂ, ਤਾਂ ਆਪਣੇ ਆਪ ਜੱਗ ਸਾਰਾ ਸਮਝੋ ਜਿਵੇਂ ਡੁੱਬ ਗਿਆ ਹੋਵੇ। ਇੱਥੇ ਇੱਕ ਨਿੱਕੀ ਜਿਹੀ ਗੱਲ ਮੈਨੂੰ ਮੌਕੇ ਤੇ ਯਾਦ ਆ ਗਈ। ਹਜੂਰ ਸਾਹਿਬ ਦੇ ਵਿੱਚ ਬੱਕਰੇ ਵੱਢਣ ਵਾਲੀ ਗੱਲ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦੀ ਪ੍ਰਕਾਸ਼ ਹੋਣ ਦੀ ਤਾਂ ਗੱਲ ਆਪਾਂ ਨੇ ਆਮ ਸੁਣੀ ਹੈ ਤੇ ਅੱਜ ਕੱਲ੍ਹ ਟੀਵੀ ਤੇ ਵੇਖ ਵੀ ਲੈਨੇ ਆਪਾਂ। ਜੀ ਜੀ।
ਪਰ ਇਥੋਂ ਦਾ ਇੱਕ ਜਥੇਦਾਰ ਸੀ ਜਿਹੜਾ ਕਿ ਹਜੂਰ ਸਾਹਿਬ ਤਖਤ ਦਾ ਆਖਿਆ ਜਾਂਦਾ ਪੁਜਾਰੀ ਸੀ ਵੱਡਾ, ਉਹ ਜਥੇਦਾਰ ਕਹਿੰਦੇ ਨੇ, ਉਹਦਾ ਨਾਂ ਸੀ ਜੋਗਿੰਦਰ ਸਿੰਘ ਮੋਨੀ ਜੀ। ਉਹ ਜੋਗਿੰਦਰ ਸਿੰਘ ਮੋਨੀ ਦਾ ਮਤਲਬ ਸੀ ਕਿ ਮੌਨ ਧਾਰਨ ਕੀਤਾ ਸੀ, ਉਹਨੇ ਬੋਲਦਾ ਨਹੀਂ ਸੀ ਹੁੰਦਾ ਉਹ। ਅੱਛਾ। ਹੁਣ ਜਿਹੜਾ ਬੰਦਾ ਤਖਤ ਦਾ ਜਥੇਦਾਰ ਹੈ ਤੇ ਮੋਨੀ ਹੈ ਉਹ, ਤੇ ਲਾਹਨਤ ਹੈ ਸਾਡੇ ਲੋਕਾਂ ਨੂੰ, ਤੇ ਲਾਹਨਤ ਹੈ ਜੇ ਜਥੇਦਾਰ ਨੂੰ ਜਿਹੜਾ ਗੁਰਬਾਣੀ ਦੇ ਅਸੂਲਾਂ ਤੋਂ ਉਲਟ ਮੋਨੀ ਬਣਿਆ ਹੋਇਆ, ਤੇ ਲੋਕੀ ਉਹਨੂੰ ਜਥੇਦਾਰ ਸਵੀਕਾਰ ਕਰ ਰਹੇ ਨੇ। ਅੱਗੋਂ ਘਟਨਾ ਇਹ ਵਾਪਰੀ, ਮੈਨੂੰ ਸਾਰਾ ਵਿਸਤਾਰ ਨਾਲ ਪਤਾ ਤਾਂ ਲੱਗਿਆ 12-14 ਸਾਲ ਪਹਿਲਾਂ ਕਿਤੇ ਮੈਂ ਚਲਾ ਗਿਆ ਪੂਨੇ, ਤੇ ਪੂਨੇ ਕਥਾ ਵਾਸਤੇ ਗਿਆ, ਤੇ ਉੱਥੇ ਗੁਰਦੁਆਰੇ 'ਚ ਮੈਂ ਘੰਟਾ ਕਥਾ ਕੀਤੀ। ਉੱਥੋਂ ਜਿਹੜਾ ਮੋਨੀ ਦੇ ਨਾਂ ਤੇ, ਜੋਗਿੰਦਰ ਸਿੰਘ ਮੋਨੀ ਦੇ ਨਾਂ ਤੇ ਇੱਕ ਗੁਰਦੁਆਰਾ ਬਣਿਆ ਹੋਇਆ ਨੇੜੇ ਹੋਰ, ਹਾਂਜੀ, ਤੇ ਉੱਥੋਂ ਦਾ ਜਿਹੜਾ ਇੱਕ ਸੇਵਾਦਾਰ ਸੀ ਉਹ ਮੇਰੀ ਕਥਾ ਸੁਣਨ ਵਾਸਤੇ ਕਿਤੇ ਆ ਗਿਆ। ਹਾਂਜੀ। ਤੇ ਉਦੋਂ ਬਾਅਦ ਦੂਜੇ ਦਿਨ ਮੈਂ ਪ੍ਰਬੰਧਕਾਂ ਨੂੰ ਆਖਿਆ ਕਿ ਘੁਮਾ ਫਿਰਿਆ ਦਿਓ ਪੂਨੇ ਦੇ ਵੀ ਥੋੜਾ ਬਹੁਤਾ। ਉਹ ਮੈਨੂੰ ਹੋਰਨਾਂ ਥਾਵਾਂ ਦੇ ਨਾਲ ਨਾਲ ਉਸ ਗੁਰਦੁਆਰੇ 'ਚ ਵੀ ਲੈ ਗਏ ਜਿੱਥੇ ਜੋਗਿੰਦਰ ਸਿੰਘ ਮੋਨੀ ਦੇ ਨਾਂ ਤੇ ਗੁਰਦੁਆਰਾ ਬਣਿਆ ਹੋਇਆ। ਅੱਛਾ ਜੀ। ਤੇ ਉੱਥੇ ਸਿਮਰਨ ਰੂਮ, ਹਨੇਰਾ ਕਰਨਾ, ਇੰਨੇ ਵਜੇ ਬੱਤੀਆਂ ਜਗਾਉਣੀਆਂ ਨੇ, ਇੰਨੇ ਵਜੇ ਆਹ ਕਰਨਾ ਤੇ ਉਹ ਕਰਨਾ, ਉਹ ਅਡੰਬਰ ਉਹਨਾਂ ਨੇ ਰਚਿਆ ਪਿਆ। ਹੈਰਾਨ ਰਹਿ ਗਿਆ ਮੈਂ ਤਾਂ ਪੜ੍ਹ ਕੇ, ਉਹਨਾਂ ਦਾ ਬੋਰਡ ਵੀ ਐ ਹੁੰਦਾ ਇੱਥੇ। ਬਿਲਕੁਲ। ਤੇ ਜਥੇਦਾਰ ਦੇ ਨਾਂ ਤੇ ਗੁਰਦੁਆਰਾ ਬਣਿਆ ਹੋਇਆ। ਤੇ ਮੈਂ ਜਦੋਂ ਉਹਨੂੰ ਉੱਥੋਂ ਦੇ ਮੁਖੀ ਨੂੰ ਪੁੱਛਿਆ, ਮੈਂ ਕਿਹਾ ਭਾਈ ਮੈਂ ਤੇਰੇ ਨਾਲ ਗੱਲਬਾਤ ਕੁਝ ਕਰਨੀ ਚਾਹੁੰਦਾ। ਕਹਿੰਦਾ ਜੀ ਤੁਸੀਂ ਇੰਦਰ ਸਿੰਘ ਘੱਗਾ ਹੋ ਨਾ? ਮੈਂ ਕਿਹਾ ਹਾਂਜੀ ਉਹੀ ਆ। ਤੇ ਕਹਿੰਦਾ ਕੱਲ ਲੈਕਚਰ ਕਥਾ ਤੁਸੀਂ ਆਪ ਤੁਸੀਂ ਉਹ ਕੀਤੀ ਸੀ ਨਾ ਉੱਥੇ ਉਹ ਪੁਰਾਣੇ ਗੁਰਦੁਆਰੇ 'ਚ? ਮੈਂ ਕਿਹਾ ਮੈਂ ਹੀ ਕੀਤੀ ਸੀ। ਕਹਿੰਦਾ ਮੇਰੀ ਹੱਥ ਬੰਨ ਕੇ ਬੇਨਤੀ ਹੈ, ਇੱਥੇ ਦੁੱਧ ਪੀਓ, ਚਾਹ ਪੀਓ, ਜੋ ਮਰਜ਼ੀ ਖਾਓ ਪੀਓ, ਗਿਰੀਆਂ, ਬਦਾਮ, ਪਿਸਤੇ ਸਾਰੇ ਤੁਹਾਡੇ ਅੱਗੇ ਹਾਜ਼ਰ ਨੇ, ਪਰ ਸਵਾਲ ਜਵਾਬ ਮੈਂ ਤੁਹਾਡੇ ਨਾਲ ਬਿਲਕੁਲ ਨਹੀਂ ਕਰਨੇ। ਫਿਰ ਕਹਿੰਦਾ ਮੈਂ ਤੁਹਾਡਾ ਬੋਲਣਾ ਹੋਇਆ ਉੱਥੇ ਸਾਰਾ ਕੁਝ ਸੁਣਿਆ, ਮੈਨੂੰ ਪਤਾ ਇੱਥੇ ਸਾਰਾ ਉਲਟ ਹੋ ਰਿਹਾ। ਕਹਿੰਦਾ ਮੈਂ ਤਾਂ ਨੌਕਰੀ ਤੇ ਲੱਗਿਆ ਹਾਂ ਜੀ, ਮੇਰੀ ਬੇਬਸੀ ਹੈ, ਮੈਂ ਕੁਝ ਨਹੀਂ ਕਰ ਸਕਦਾ, ਪੇਟ ਪੂਰਤੀ ਵਾਸਤੇ ਇੱਥੇ ਬੈਠਾ ਮੈਂ, ਮੈਨੂੰ ਮਾਫ ਕਰ ਦਿਓ। ਬਿਲਕੁਲ ਜੀ, ਬਿਲਕੁਲ। ਇਹ ਹਾਲਾਤ ਜਿਹੜੇ ਹੈ ਜੀ ਸਾਡੇ, ਮੰਨ ਲਓ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਲਾਈਟਾਂ ਬੁਝਾਉਣ ਦੀ, ਇਹ ਤਾਂ ਆਮ ਤੌਰ ਤੇ ਹੀ ਹੋ ਰਿਹਾ। ਮਤਲਬ ਹਰ ਗੁਰਦੁਆਰੇ ਦਾ ਤੀਜੇ ਚੌਥੇ ਦਾ ਇਹ ਹਾਲ ਆ, ਕਹਿੰਦੇ ਲਾਈਟਾਂ ਬੁਝਾ ਦਿਓ। ਨਾਲੇ ਧਿਆਨ ਸਾਰਿਆਂ ਦਾ ਘੜੀ 'ਚ ਵੀ ਰਹਿੰਦਾ, ਕਿਤੇ 5 ਮਿੰਟ ਉੱਤੇ 2 ਮਿੰਟ ਉੱਤੇ ਨਾ ਲੰਘ ਜਾਣ। ਮਤਲਬ ਸੁਰਤ ਤਾਂ ਉੱਥੇ ਹੀ ਟਿਕੀ ਰਹਿੰਦੀ ਹੈ ਵੀ ਪੂਰਾ ਜੇ ਅੱਧਾ ਘੰਟਾ ਕਿਹਾ ਹੈ ਨਾ, ਤੇ ਅੱਧਾ ਘੰਟਾ ਉਹ। ਬਾਪੂ ਜੀ ਮੈਨੂੰ ਇਹ ਥੋੜੀ ਜਿਹੀ ਇਹਦੇ ਵਿੱਚ ਜਿਹੜਾ ਮੈਂ ਕੁਐਸਚਨ ਕਰਨਾ ਚਾਹੂੰਗਾ, ਜਿਹੜਾ ਆਮ ਮਾਨਸਿਕਤਾ ਵੀ ਹੈਗੀ ਹੈ ਸਾਡੇ ਸਾਰਿਆਂ ਦੀ, ਕਿ ਸਿਮਰਨ ਕਰਨਾ ਜਿਹਨੂੰ ਆਪਣੇ ਕਹਿੰਦੇ ਆ ਵੀ ਵਾਹਿਗੁਰੂ ਜਾਂ ਸਤਨਾਮ ਸਤਨਾਮ, ਉਹ ਕਹਿੰਦਾ ਇੱਕ ਗੁਰਦੁਆਰੇ ਦੇ ਵਿੱਚ, ਮੈਂ ਸੌਰੀ ਪਹਿਲਾਂ ਸਰੋਤਿਓ ਇੱਕ ਗੱਲ ਨਾਲ ਐਡ ਕਰ ਦਿੰਦਾ, ਕਹਿੰਦੇ ਗੁਰਦੁਆਰਿਆਂ 'ਚ ਆਮ ਲੜਾਈ ਹੁੰਦੀ ਵੇਖੀ, ਇੱਕ ਬੰਦੇ ਨੇ ਜਾ ਕੇ ਉਹ ਬਾਬਾ ਜਿਹੜਾ ਸੀਗਾ ਤਾਬਿਆਂ 'ਚ ਬੈਠਾ, ਉਹ ਵਾਹਿਗੁਰੂ ਵਾਹਿਗੁਰੂ ਜਪਾਉਣ ਲੱਗਾ, ਤੇ ਉਹ ਕਹਿੰਦਾ ਵੀ ਤੂੰ ਵਾਹਿਗੁਰੂ ਕਿਉਂ ਜਪਾ ਰਿਹਾ, ਸਤਨਾਮ ਜਪਾ। ਉਹ ਕਹਿੰਦਾ ਵੀ ਸਤਨਾਮ ਕਿਉਂ? ਕਹਿੰਦਾ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਕੋਈ, ਤੂੰ ਵਾਹਿਗੁਰੂ ਜਪਾ, ਤੂੰ ਸਤਨਾਮ ਕਾਹਤੇ ਜਪਾਈ ਜਾਂਦਾ? ਉਹ ਕਹਿੰਦਾ ਸਤਨਾਮ ਪੜ ਮੰਤਰ ਸੁਣਾਇਆ, ਮਤਲਬ ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਬਿਲਕੁਲ। ਜੇ ਮਾਨਸਿਕਤਾ, ਹੁਣ ਮੇਰੀ ਇੱਕ ਗੱਲ ਬੜੇ ਹੀ ਗੌਰ ਨਾਲ ਸੁਣਿਓ ਪਿਆਰ ਵਾਲਿਓ ਸਰੋਤਿਓ, ਸਤਨਾਮ ਦਾ ਮਤਲਬ ਸੱਚੀ ਗੱਲ ਸੀ ਬਾਬੇ ਨੇ ਹਰ ਥਾਂ ਕੇ। ਮੰਤਰ ਦਾ ਮਤਲਬ ਕੀ ਹੁੰਦਾ? ਚੰਗੀ ਗੱਲ ਕੋਈ ਅੱਗੇ ਤੱਕ ਪਹੁੰਚ ਜਾਵੇ, ਜਿਹਨੂੰ ਸੱਚ ਮੰਤਰ ਲਿਖਿਆ ਨਾ, ਸਤਨਾਮ ਪੜ ਮੰਤਰ ਸੁਣਾਇਆ, ਉਹਨੂੰ ਮੰਤਰ ਹੀ ਕਿਹਾ ਗਿਆ ਕਿ ਸੱਚਾ ਗਿਆਨ ਜਿਹੜਾ ਸੀ ਉਹ ਬਾਬੇ ਨੇ ਹਰ ਥਾਂ ਤੋਂ ਲੈਣ ਦੀ ਤੇ ਦੇਣ ਦੀ ਆਦਾਨ ਪ੍ਰਦਾਨ ਜਿਹੜਾ ਸੀ ਨਾ ਉਹ ਕਰਨ ਦੀ ਕੋਸ਼ਿਸ਼ ਕੀਤੀ। ਕਬੀਰ ਜੀ ਵਰਗਿਆਂ ਦੀ ਥਾਂ ਤੇ ਜਿਹੜੇ ਜਿੱਥੋਂ ਉਹਨਾਂ ਨੂੰ ਕੋਈ ਚੰਗਾ ਮਿਲ ਸਕਦਾ ਸੀ ਉੱਥੇ ਆਪਣੀ ਪਹੁੰਚ ਕੀਤੀ ਤੇ ਆਪਣੀ ਗੱਲਬਾਤ ਰੱਖੀ। ਇੱਥੇ ਨਾ ਥੋੜਾ ਜਿਹਾ ਪ੍ਰੋਫੈਸਰ ਸਾਹਿਬ ਸਿੰਘ ਨੇ ਵਿਆਕਰਣਕ ਨੇਮ ਦੇ ਮੁਤਾਬਕ ਇੱਕ ਗੱਲ ਆਖੀ ਹੈ, ਜਿੱਥੇ ਤੰਤਰ ਦੀ ਥਾਂ ਤੇ ਗੁਰਬਾਣੀ 'ਚ ਕਿਤੇ ਕਿਤੇ ਤੰਤ ਲਿਖਿਆ ਹੋਇਆ, ਤੰਤ, ਤੱਤੇ ਨੂੰ ਔਂਕੜ ਲੱਗਿਆ ਹੋਇਆ ਹੈ, ਲਿਖਿਆ ਹੋਇਆ। ਹਾਂ, ਉਹਨਾਂ ਨੇ ਸਪਸ਼ਟ ਕੀਤਾ ਪ੍ਰੋਫੈਸਰ ਸਾਹਿਬ ਸਿੰਘ ਨੇ ਕਿ ਰਾਰਾ ਇੱਥੇ ਕੱਟਿਆ ਗਿਆ, ਉਹਦੀ ਥਾਂ ਤੇ ਇੱਥੇ ਔਂਕੜ ਆ ਗਿਆ ਤੱਤੇ ਨੂੰ। ਹੋਈ ਤੇ ਚਾਖ ਨਾ ਲੱਗ ਗਿਆ। ਹਾਂ, ਇਸੇ ਤਰ੍ਹਾਂ ਮੰਤਰ ਦੀ ਥਾਂ ਤੇ ਬਹੁਤ ਥਾਵਾਂ ਤੇ ਮੰਤ ਸ਼ਬਦ ਆਇਆ ਤੇ ਉਹ ਰਾਰਾ ਕੱਟਿਆ ਗਿਆ ਤੇ ਤੱਤੇ ਨੂੰ ਮੰਤ, ਤੱਤੇ ਨੂੰ ਔਂਕੜ ਲੱਗਿਆ ਹੋਇਆ। ਗੱਲ ਇੱਕ ਹੈ, ਮੰਤ ਅਸਲ ਦੇ ਵਿੱਚ ਹੈ ਮਤ ਦੇਣ ਤੋਂ, ਚੰਗੀ ਸਿੱਖਿਆ ਦੇਣ ਤੋਂ ਭਾਵ ਹੈ। ਠੀਕ ਹੈ ਜੀ। ਹਾਂ, ਮੰਤਰ ਦਾ ਸਰੋਤਿਓ ਖਿਆਲ ਰੱਖਿਓ, ਜਿੱਥੇ ਗੱਲ ਆਪਾਂ ਕਹਿੰਦੇ ਆ ਨਾ ਕੋਈ ਮੰਤਰ ਤਾਂ ਦੱਸੋ ਵੀ ਜਿਹਦੇ ਨਾਲ ਮੈਂ ਇਸ ਸਮੱਸਿਆ ਤੋਂ ਬਾਹਰ ਆ ਸਕਾਂ, ਭਾਵ ਉਹ ਚੰਗਾ ਕਨਕਲੂਜਨ, ਚੰਗੀ ਗੱਲਬਾਤ ਜਿਹੜੀ ਸਾਡੇ ਜ਼ਿੰਦਗੀ ਦਾ ਆਸਰਾ ਬਣੇ, ਟੇਕ ਬਣੇ, ਸਹਾਰਾ ਬਣੇ। ਮੈਂ ਜਿਹੜਾ ਸਵਾਲ ਬਾਪੂ ਜੀ ਕਰਨ ਲੱਗਾ ਸੀ, ਜਿਹੜਾ ਅਕਸਰ ਸਾਨੂੰ ਵੀ ਸਵਾਲ ਆਉਂਦਾ ਸਾਰਿਆਂ ਦੇ ਨਾਲ ਆਪਣੇ ਵਰਤਦਾ, ਇੱਕ ਹੁੰਦਾ ਮੈਡੀਟੇਸ਼ਨ। ਹਾਂਜੀ, ਕਹਿੰਦੇ ਮੈਡੀਟੇਸ਼ਨ ਤਾਂ ਕਰ ਲੈਣਾ ਚਾਹੀਦਾ, ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਟਿਕਾ ਲੈਣਾ ਚਾਹੀਦਾ, ਤੇ ਇਸ ਕਰਕੇ ਹੀ ਸਾਰੇ ਜਿਹੜੇ ਨੇ ਉਹ ਵਾਹਿਗੁਰੂ ਸਿਮਰਨ ਕਰਦੇ ਆ। ਦੂਸਰੀ ਗੱਲ, ਇੱਕ ਚਲੋ ਰੱਬ ਨੂੰ ਯਾਦ ਕਰਨਾ, ਜਾਂ ਆਹ ਕਿਤਾਬਾਂ ਵੀ ਬਣ ਗਈਆਂ, ਇਹ ਤਾਂ ਮਤਲਬ ਧੰਦਾ ਕਰਨ ਨੂੰ ਤਾਂ ਸਾਡਾ ਲਾਣਾ ਵੀ ਤਿਆਰ ਬੈਠਾ ਰਹਿੰਦਾ, ਕਿਤੇ ਕੜਿਆਂ ਦਾ ਧੰਦਾ, ਕਿਤੇ ਕਿਰਪਾਨਾਂ ਦਾ ਧੰਦਾ, ਕਿਤੇ ਫੋਟੋਆਂ ਦਾ, ਬਾਬੇ ਨਾਨਕ ਦੀਆਂ ਦਾ ਧੰਦਾ, ਹਰ ਥਾਂ ਤੇ ਕੁਛ ਨਾ ਕੁਛ ਸਾਨੂੰ ਵੇਖਣ ਨੂੰ ਮਿਲਿਆ। ਔਰ ਇਹ ਮੈਡੀਟੇਸ਼ਨ ਤੇ ਸਿਮਰਨ, ਜਿਹਨੂੰ ਅਸੀਂ ਮੈਡੀਟੇਟ ਕਰਨਾ ਕਹਿੰਦੇ ਆ,
ਇਹਨਾਂ ਦੇ ਵਿੱਚ ਥੋੜਾ ਜਿਹਾ ਆਪ ਜੀ ਵਿਸਥਾਰ ਦਿਓ ਕਿ ਸਮਾਜ ਇਹਨਾਂ ਚੀਜ਼ਾਂ ਤੋਂ ਬਾਹਰ ਆ ਸਕੇ। ਇੱਥੇ ਨਾ ਬਹੁਤ ਜਿਹੜਾ ਪ੍ਰੈਕਟੀਕਲ ਸਾਡੇ ਸਾਹਮਣੇ ਵਾਪਰ ਰਿਹਾ ਹੈ, ਉਹਨੂੰ ਅੱਖਾਂ ਸਾਡੀਆਂ ਇੰਨੀਆਂ ਬੰਦ ਕਰ ਦਿੱਤੀਆਂ ਗਈਆਂ, ਜਾਂ ਸਾਨੂੰ ਦਿਖਦਾ ਨਹੀਂ ਜਾਂ ਅਸੀਂ ਦੇਖਣ ਨੂੰ ਤਿਆਰ ਨਹੀਂ ਹਾਂ। ਗੱਲ ਕੀ, ਜਿਹੜੇ ਦੇਸ਼ ਦੇ ਵਿੱਚ ਨਾਮ ਸਿਮਰਨ, ਮੈਡੀਟੇਸ਼ਨ, ਮੰਤਰ ਜਾਪ ਆਦਿਕ ਹੋ ਰਿਹਾ ਸੀ ਸਦੀਆਂ ਤੋਂ, ਉਹ ਦੇਸ਼ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਅੱਜ ਪਛੜਿਆ ਹੋਇਆ ਦੇਸ਼ ਹੈ, ਗਰੀਬੀ ਦੇ ਵਿੱਚ ਹੈ, ਤੇ ਸਭ ਤੋਂ ਲੰਮੇ ਸਮੇਂ ਤੱਕ ਭਾਰਤ ਗੁਲਾਮੀ ਦੇ ਵਿੱਚ ਰਿਹਾ ਹੈ। ਇੱਥੇ ਜਾਤਾਂ ਪਾਤਾਂ ਦੀਆਂ ਵੱਡੀਆਂ ਪਈਆਂ ਹੋਈਆਂ ਨੇ, ਇੱਥੇ ਪੱਥਰਾਂ ਦੀ ਪੂਜਾ ਹੋ ਰਹੀ ਹੈ, ਦਰਿਆਵਾਂ ਦੀ ਪੂਜਾ ਹੋ ਰਹੀ ਹੈ। ਕਿੰਨੇ ਇਨਸਾਨੀਅਤ ਤੋਂ ਗਿਰੇ ਹੋਏ ਕੰਮ ਇਸ ਦੇਸ਼ ਦੇ ਵਿੱਚ ਹੋ ਰਹੇ ਨੇ ਜਿੱਥੇ ਮੈਡੀਟੇਸ਼ਨ ਹੋ ਰਹੀ ਹੈ। ਇੱਥੇ ਮੈਡੀਟੇਸ਼ਨ ਦਾ ਮਤਲਬ ਹੀ ਇਹ ਹੈ ਕਿ ਜਿਹੜਾ ਬੰਦਾ ਚੰਗੀ ਮੱਤ ਲੈਂਦਾ ਉਹਨੂੰ ਰੋਕ ਦਿਓ, ਉਹਨੂੰ ਅੱਖਾਂ ਮੀਟ ਕੇ ਸਮਾਧੀ ਲਗਵਾ ਦਿਓ। ਬਾਕੀ ਡੇਰਿਆਂ ਦੇ ਵਿੱਚ ਜਿਹੜੇ ਸਿੱਖਾਂ ਨਾਲ ਸੰਬੰਧਿਤ ਵੀ ਨੇ ਤੇ ਗੈਰ ਸਿੱਖਾਂ ਦੇ ਨਾਲ ਸੰਬੰਧਿਤ ਵੀ ਨੇ, ਉਹਨਾਂ ਦੇ ਵਿੱਚ ਵੀ ਅੱਜ ਤੱਕ ਇਹੀ ਕੁਝ ਹੋ ਰਿਹਾ ਹੈ। ਹੁਣ ਇੱਥੇ ਇੱਕ ਪਾਸੇ ਤਾਂ ਗੁਰੂ ਸਾਹਿਬ ਦਾ ਜੀਵਨ ਹੈ, ਜਿਹੜੇ ਜ਼ਿੰਦਗੀ ਭਰ ਉਹਨਾਂ ਨੇ ਮਿਹਨਤ ਕੀਤੀ, ਤੇ ਦੂਜੇ ਪਾਸੇ ਸਾਨੂੰ ਅੱਜ ਮੈਡੀਟੇਸ਼ਨ ਕਰਵਾਈ ਜਾ ਰਹੀ ਹੈ। ਕਦੀ ਸੋਚ ਕੇ ਦੇਖੋ, ਕੋਈ ਬੰਦਾ ਆਪਣੀ ਪਹਿਲੀ ਦੂਜੀ ਕਲਾਸ ਦੇ ਵਿੱਚ ਵੀ ਜੇ ਉਹਨੇ ਇਮਤਿਹਾਨ ਦੇਣਾ ਹੈ, 5ਵੀਂ 7ਵੀਂ ਦਾ ਇਮਤਿਹਾਨ ਦੇਣਾ ਹੈ, ਉਹ ਮੈਡੀਟੇਸ਼ਨ ਨਾਲ ਇਮਤਿਹਾਨ ਦੇ ਵਿੱਚੋਂ ਪਾਸ ਨਹੀਂ ਹੋਵੇਗਾ। ਜੇ ਉਹਨੇ ਪੜ੍ਹਾਈ ਕੀਤੀ ਹੈ, ਮਿਹਨਤ ਕੀਤੀ ਹੈ, ਤਾਂ ਉਹ ਪਾਸ ਹੋਵੇਗਾ। ਤੁਹਾਡੀ ਖੇਤੀ ਹੈ, ਮੈਡੀਟੇਸ਼ਨ ਨਾਲ ਨਹੀਂ ਹੋਵੇਗੀ। ਖੇਤਾਂ 'ਚ ਜਾ ਕੇ ਬਣਦਾ ਸਰਦਾ ਵਿਧੀ ਪੂਰਵਕ ਨਿਯਮ ਦੇ ਮੁਤਾਬਕ ਕੰਮ ਕਰੋਗੇ ਤਾਂ ਫਸਲ ਘਰੇ ਆਵੇਗੀ, ਸਬਜ਼ੀ ਫਰੂਟ ਖਾਓਗੇ, ਨਹੀਂ ਤਾਂ ਮੈਡੀਟੇਸ਼ਨ ਨਾਲ ਤੁਹਾਡੀ ਫਸਲਾਂ ਨਹੀਂ ਹੋਣੀਆਂ। ਤੇ ਤੁਹਾਨੂੰ ਦੁੱਧ ਪਸ਼ੂਆਂ ਤੋਂ ਮਿਲਦਾ, ਮੈਡੀਟੇਸ਼ਨ ਨਾਲ ਨਹੀਂ ਮਿਲਦਾ। ਪਸ਼ੂਆਂ ਦੀ ਸੰਭਾਲ ਕਰੋਗੇ ਜਾਂ ਜਿਹਨੇ ਸੰਭਾਲ ਕੀਤੀ ਹੈ ਉਹ ਤੋਂ ਮੁੱਲ ਖਰੀਦੋਗੇ ਤਾਂ ਤੁਹਾਨੂੰ ਮਿਲੇਗਾ। ਤੋ ਇਸ ਤਰ੍ਹਾਂ ਇੱਥੇ IAS, PCS, ਜੱਜ, ਵਕੀਲ, ਇੰਜੀਨੀਅਰ ਤੇ ਵਪਾਰੀ ਜੇ ਬਣਨਾ, ਇਹ ਮੈਡੀਟੇਸ਼ਨਾਂ ਨਾਲ ਨਹੀਂ ਬਣੇ ਅੱਜ ਤੱਕ। ਇਹ ਪੜ੍ਹਾਈ ਲਿਖਾਈ ਕਰਕੇ, ਅਕਲ ਦੀ ਵਰਤੋਂ ਕਰਕੇ, ਮਿਹਨਤ ਕਰਕੇ ਵੱਡੇ ਅਹੁਦੇ ਪ੍ਰਾਪਤ ਕਰੀਦੇ ਨੇ। ਤੇ ਇੱਥੇ ਗੋਰੇ ਜਿਹੜੇ ਆਏ ਸੀ ਉਹ ਮੈਡੀਟੇਸ਼ਨ ਨਾਲ ਨਹੀਂ ਆਏ ਸੀ, ਅਕਲਬੰਦ ਬਣ ਕੇ, ਸੰਗਠਿਤ ਹੋ ਕੇ, ਹਿੰਮਤ ਹੌਸਲੇ ਨਾਲ ਜੰਗ ਦੇ ਵਿੱਚ ਉਤਰੇ ਤੇ ਭਾਰਤ ਵਰਗੇ ਦੇਸ਼ ਨੂੰ ਉਹਨਾਂ ਨੇ ਗੁਲਾਮ ਬਣਾ ਲਿਆ। ਮੁਸਲਮਾਨ ਇੱਥੇ ਮੈਡੀਟੇਸ਼ਨਾਂ ਨਾਲ ਜੇਤੂ ਨਹੀਂ ਬਣੇ, ਉਹਨਾਂ ਨੇ ਆਪਣੇ ਹਿੰਮਤ ਹੌਸਲੇ ਨਾਲ ਭਾਰਤ ਦੇ ਉੱਤੇ 700-800 ਸਾਲ ਤੱਕ ਰਾਜ ਕੀਤਾ। ਅਸੀਂ ਮੈਡੀਟੇਸ਼ਨਾਂ ਨਾਲ ਕਰਨ ਵਾਲੇ ਉਹਨਾਂ ਦੇ ਪੈਰਾਂ 'ਚ ਲੰਮੇ ਪੈ ਗਏ ਤੇ ਇਸ ਕਲਿੱਕ ਨੂੰ ਤੋੜਨ ਵਾਸਤੇ ਗੁਰੂ ਸਾਹਿਬ ਨੇ ਵੱਡਾ ਉਪਰਾਲਾ ਕੀਤਾ ਸੀ, ਪਰ ਅਸੀਂ ਅੱਜ ਤੱਕ ਇਹਨੂੰ ਸਮਝ ਨਹੀਂ ਸਕੇ। ਸਾਧਾਂ ਬਾਬਿਆਂ ਨੇ ਸਾਨੂੰ ਅੱਜ ਵੀ ਮੈਡੀਟੇਸ਼ਨਾਂ 'ਚ ਲਾਇਆ, ਮਿਹਨਤ ਵਾਲੇ ਪਾਸੇ, ਅਕਲ ਵਾਲੇ ਪਾਸਿਓਂ ਸਾਨੂੰ ਰੋਕ ਦਿੱਤਾ ਗਿਆ। ਬਿਲਕੁਲ, ਮੈਂ ਇੱਕ ਗੱਲ ਹੋਰ ਐਡ ਕਰ ਦੇਣੀ ਚਾਹੁੰਦਾ ਜੀ। ਕਹਿੰਦੇ ਬਾਬਾ ਦੇਖਿਆ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਾਈ। ਹੁਣ ਸਰੋਤਿਓ ਕਈ ਵਾਰੀ ਕਹਿੰਦੇ ਧਿਆਨ ਧਰਨਾ, ਧਿਆਨ ਜੋੜਨਾ, ਜਿਵੇਂ ਕਹਿੰਦੇ ਬੇਬੇ ਨਾਨਕੀ ਨੇ ਧਿਆਨ ਧਰਿਆ ਤੇ ਕੱਲ ਦੀਆਂ ਫੋਟੋਆਂ ਇਹਦੀਆਂ ਘੁੰਮੀ ਜਾਂਦੀਆਂ ਵੀ ਬਾਬੇ ਨਾਨਕ ਦੇ ਵੀਰ ਆਵੇ ਤੇਰੇ ਅਖੇ ਬੰਨਾ ਰੱਖੜੀ। ਉਹ ਸਾਰਾ ਨਾਲ ਵੀ ਭੈਣ ਧਿਆਨ ਧਰਦੀ ਸੀ ਤੇ ਬਾਬਾ ਫੁਲਕੇ ਖਾ ਜਾਂਦਾ ਸੀ। ਬਹੁਤ ਕੁਛ ਜਿਹੜਾ ਉਹ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਜੋੜ ਕੇ, ਜਾਂ ਫੋਟੋਆਂ, ਜਿਹੜਾ ਸ਼ੋਭਾ ਸਿੰਘ ਦੀ ਬਹੁਤ ਨਿਸਤਾਰਾ ਕੀਤਾ ਉਹਨੇ ਸਾਡੀ ਕੌਮ ਦਾ, ਵੀ ਇੰਨਾ ਜ਼ਿਆਦਾ ਉਹ ਕੱਲਾ ਫੋਟੋਆਂ ਵਿੱਚ ਉਲਝਾਉਣ ਵਾਲਾ ਸਿਲਸਿਲਾ ਜਿਹੜਾ ਸਾਡੇ ਸਾਹਮਣੇ ਆਇਆ। ਪਰ ਹੁਣ ਇੱਥੇ ਧਿਆਨ ਧਰ ਦਾ ਜਿਹੜਾ ਹੈਗਾ ਉਹ ਖਾਸ ਤੌਰ ਤੇ ਨੁਕਤਾ ਫੜ ਲਿਆ ਜੇ, ਕਿਉਂਕਿ ਧਿਆਨ ਧਰਨ ਦਾ ਮਤਲਬ ਇਹ ਸੀ ਕਿ ਬਾਬੇ ਨੇ ਜਿੱਥੋਂ ਤੱਕ ਵੀ ਨਜ਼ਰ ਮਾਰੀ, ਜਿੰਨੀ ਕੁ ਬਾਬੇ ਨੇ ਨੌਲੇਜ ਪ੍ਰਾਪਤ ਕੀਤੀ, ਉਹਨੂੰ ਆਸੇ ਪਾਸੇ ਲੋਕ ਲੁੱਟੀ ਦੇ ਸੁਣੀਦੇ ਸੀ। ਇਹਨੂੰ ਕਹਿੰਦੇ ਆ ਬਾਬਾ ਧਿਆਨ ਧਰ। ਇਹਦਾ ਮਤਲਬ ਇਹ ਨਹੀਂ ਸੀ ਕਿ ਬਾਬਾ ਅੱਖਾਂ ਮੀਟ ਕੇ, ਜਿਵੇਂ ਆਪਾਂ ਪਿੱਛੇ ਵੇਈ ਦਾ ਚਰਚਾ ਕਰ ਚੁੱਕੇ ਹਾਂ ਕਿ ਵੇਈ ਨਦੀ 'ਚ ਡੁੱਬ ਗਿਆ ਸੀ ਜਾਂ ਉੱਥੇ ਬੈਠਦਾ ਸੀ ਅੱਖਾਂ ਬੰਦ ਕਰਕੇ ਤੇ ਪਤਾ ਉਹਨੂੰ ਲੱਗੀ ਜਾਂਦਾ ਸੀ ਵੀ ਦਿੱਲੀ ਦੱਖਣ ਕੀ ਹੋਈ ਜਾਂਦਾ। ਅਜਿਹਾ ਕੁਛ ਨਹੀਂ ਸੀ। ਇਹ 4 ਸਾਖੀਆਂ ਜਿਹੜੀਆਂ ਪੁਰਾਤਨ ਜਨਮ ਸਾਖੀ, ਮਿਹਰਬਾਨ ਵਾਲੀ ਜਨਮ ਸਾਖੀ, ਭਾਈ ਬਾਲੇ ਵਾਲੀ ਤੇ ਮਣੀ ਸਿੰਘ ਵਾਲੀ, ਇਹਨਾਂ 4 ਸਾਖੀਆਂ ਦੇ ਵਿੱਚ ਕਿਤੇ ਨਾ ਕਿਤੇ ਅਜਿਹਾ ਕੋੜ, ਅਜਿਹਾ ਜਿਹੜਾ ਸਾਡੇ ਸਿਰ ਦੇ ਉੱਪਰ ਮੜਿਆ ਗਿਆ। ਔਰ ਇਹਨਾਂ ਤੋਂ ਬਚਣ ਦੀ ਜ਼ਰੂਰਤ ਲਈ ਅਸੀਂ ਵਾਰ-ਵਾਰ ਜਿਹੜਾ ਤੁਹਾਡੇ ਨਾਲ ਇਹ ਜ਼ੋਰ ਲਾਉਂਦੇ ਰਹਿੰਦੇ ਹਾਂ, ਤੁਹਾਡੇ ਤੱਕ ਪ੍ਰੋਗਰਾਮ ਵੀ ਲੈ ਕੇ ਆ ਰਹੇ ਹਾਂ ਤਾਂ ਕਿ ਅਸੀਂ ਇਹਨਾਂ ਗ੍ਰੰਥਾਂ ਦੀ ਕੂੜ ਪਕੜ ਦੇ ਵਿੱਚੋਂ ਨਿਕਲ ਸਕੀਏ। ਅਗਲੀ ਗੱਲ ਬਾਪੂ ਜੀ, ਉਹਦੇ ਵੱਲ ਵਧਦਾ ਮੈਂ। ਉਹਨਾਂ ਨੇ ਸਮਾਜ ਦੀ ਦੁਰਦਸ਼ਾ ਦੀ ਜਿਹੜੀ 30ਵੀਂ ਪੌੜੀ ਲਿਖੀ ਹੈ, ਉਹ ਕਹਿੰਦੇ ਕੱਲ ਆਈ ਕੁੱਤੇ ਮੂੰਹ ਖਾਜ ਹੋਆ ਮੁਰਦਾਰ ਗੁਸਾਈ। ਇਹ ਬਾਬੇ ਵੱਲੋਂ ਦੱਸਿਆ ਗਿਆ ਸਾਰਾ ਕੁਛ ਕਿ ਉੱਥੇ ਇੰਨਾ ਬੁਰਾ ਹਾਲ ਆ। ਫਿਰ ਗੱਲ ਵੀ ਗੁਰੂ ਦੀ ਪ੍ਰੀਖਿਆ ਦੀ, ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਵੀ ਸਾਡੇ ਨਾਲ ਜਿਹੜੇ ਸਾਡੀ ਕਲਾ ਤੋਂ ਇਹ ਦਰਸ਼ਨ ਕਿੱਦਾਂ ਲੈ ਸਕਦਾ, ਜਾਂ ਮਤਲਬ ਸਾਡਾ ਸ਼ਰਨਾਰਥੀ ਕਿੱਦਾਂ ਬਣ ਸਕਦਾ। ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਾਲਾ, ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਨ ਉੱਠ ਚਾਲਾ, ਬਾਬਾ ਆਇਆ ਪਾਣੀਆਂ ਡਿੱਠੇ ਰਤਨ ਜਵਾਹਰ ਲਾਲਾ।
ਹਾਂਜੀ ਬਾਪੂ ਜੀ ਇਹਦੀਆਂ ਬੜੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ। ਕਹਿੰਦੇ ਬਾਬੇ ਨੇ ਉੱਥੇ ਬਾਬੇ ਨੂੰ ਡੋਲਾ ਫੜਾਤਾ ਤੇ ਜਦੋਂ ਕਮੰਡਲ ਲੈ ਕੇ ਉਧਰੋਂ ਪਾਣੀ ਭਰਨ ਲਈ ਵੀ ਛੋਟਾ ਸੀ ਨਾ, ਇਸ ਕਰਕੇ ਸਿੱਧ ਪੁੱਛਣ ਸੁਣ ਬਾਲਿਆ। ਬਾਲਾ ਸ਼ਬਦ ਬੱਚੇ ਰੂਪ ਦੇ ਵਿੱਚ ਉਹਨਾਂ ਨਾਲ ਵਰਤਿਆ ਗਿਆ, ਪਰ ਨਾਲ ਉਹਨਾਂ ਨੂੰ ਕਿਹਾ ਵੀ ਪਾਣੀ ਦਾ ਭਰ ਲੈ। ਹਾਂਜੀ ਇੱਕ ਤਾਂ ਉਹਨਾਂ ਤੱਕ ਪਹਿਲਾਂ ਉਹ ਕਹੀ ਜਾਂਦੇ ਵੀ ਤੈਨੂੰ ਸ਼ਕਤੀ ਕਿੱਥੋਂ ਮਿਲੀ ਯਾਰ, ਵੀ ਤੂੰ ਇੰਨਾ ਮਹਾਨ ਹੈ। ਹਾਂ ਮੈਂ ਬਾਪੂ ਜੀ ਇਹਦਾ ਹੋਰ ਵੀ ਨਾਲ ਗੱਲ ਚਰਚਾ ਕਰ ਦੇਣੀ ਚਾਹੁੰਦਾ ਪਹਿਲਾਂ ਹੀ ਸਰੋਤਿਆਂ ਤੱਕ ਵੀ, ਕਿ ਜਦੋਂ ਉਹਨਾਂ ਨੇ ਪੁੱਛਿਆ ਵੀ ਯਾਰ ਤੇਰੀ ਸ਼ੋਭਾ ਅਸੀਂ ਇਹਨਾਂ ਪੱਥਰਾਂ ਤੱਕ ਸੁਣੀ ਹੈ, ਇਹਨਾਂ ਜਿਹੜੇ ਤੱਕ ਅਸੀਂ ਚੜੇ ਬੈਠੇ ਆ ਨਾ, ਤੇਰੀਆਂ ਗੱਲਾਂ ਸਾਡੇ ਵਾਲੇ ਵੀ ਕਰਦੇ ਆ, ਹਾਂਜੀ ਭਾਵ ਵਿੱਚ ਬੈਠੇ ਹੋਏ ਵੀ ਤੇਰੀਆਂ ਗੱਲਾਂ ਕਰਦੇ ਆ। ਕਿਉਂਕਿ ਜੇ ਕਿਤੇ ਉਹ ਖੱਪਰ ਲੈ ਲੈ ਕੇ ਇੱਧਰ ਉੱਧਰ ਜਾਂਦੇ ਹੋਣੇ ਆ ਨਾ, ਵੀ ਪਹਿਲੇ ਸਾਲ ਹੀ ਤਾਂ ਉਹ ਮੇਲੇ ਤੇ ਨਹੀਂ ਨਾ ਚਲੇ ਗਏ, ਹਰ ਸਾਲ ਉਹ ਸ਼ਿਵਰਾਤ ਦਾ ਮੇਲਾ ਮਨਾਉਣ ਜਾਂਦੇ ਹੋਣੇ ਆ। ਇਹਦਾ ਮਤਲਬ ਕਿਤੇ ਨਾ ਕਿਤੇ ਨਾਨਕ ਦੀ ਜਿਹੜੀ ਉਹ ਚੜ੍ਹਦੀ ਕਲਾ ਸੀ, ਉਹ ਕੰਮ ਕਰਨ ਵਾਲੀ ਬਿਰਤੀ ਸੀ, ਉਹਦਾ ਉਹਨਾਂ ਨੇ ਉਹ ਸਰੋਤੇ ਵੀ ਬਣੇ। ਤੇ ਹੁਣ ਜਦੋਂ ਉਹ ਸਿੱਧਾਂ ਦੇ ਕੋਲ ਬਾਬਾ ਪਹੁੰਚਦਾ ਤੇ ਉਹ ਕਹਿੰਦੇ ਕਮਨ ਸ਼ਕਤ ਤੋਂ ਇੱਥੇ ਲਿਆਈ। ਯਾਰ ਤੈਨੂੰ ਕੌਣ ਇੱਥੇ ਲਿਆਇਆ, ਤੇਰੀ ਤਾਂ ਮਹਿਮਾ ਦੀ ਗੱਲ ਵੀ ਇੱਥੇ ਤੱਕ ਸੁਣੀ ਦੀ ਆ। ਉਹ ਜਿਹੜੀ ਬਿਰਤੀ ਸੀ, ਉਹਨਾਂ ਦੇ ਸਵਾਲ ਕਰਨ ਦਾ ਆ ਨਜ਼ਰੀਆ ਸੀ। ਬਿਲਕੁਲ। ਪਰ ਹਾਂਜੀ ਇਹਨੂੰ ਮਤਲਬ ਸਰੋਤੇ ਧਿਆਨ ਨਾਲ, ਕਈ ਵਾਰੀ ਆਹ ਜਿਹੜੀ ਗੱਲ ਬਾਪੂ ਜੀ ਆਪਾਂ ਹੁਣੇ ਕੀਤੀ ਹੈ ਨਾ, ਕਿ ਉਹਨਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਗਈ, ਇਹਨੂੰ ਜਰਾ ਹੋਰ ਇੱਥੇ ਬਰੀਕੀ ਨਾਲ ਦੱਸ ਦਿੱਤਾ ਜਾਵੇ। ਕਹਿੰਦੇ ਬਾਬਾ ਆਇਆ ਪਾਣੀਆਂ ਡਿੱਠੇ ਰਤਨ ਜਵਾਹਰ ਲਾਲਾ, ਸਤਿਗੁਰ ਅਗੰਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਫਿਰ ਆਇਆ ਗੁਰਨਾਥ ਜੀ ਪਾਣੀ ਠੌੜ ਨਹੀਂ ਉਸ ਤਾਲਾ, ਕਹਿੰਦੇ ਪਾਣੀ ਤਾਂ ਹੈ ਹੀ ਨਹੀਂ ਹੈ, ਮਾਫ ਕਰਨਾ। ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸਪਨਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਹਾਂਜੀ ਬਾਪੂ ਜੀ ਇਹਦੀ ਜਿਹੜੀ ਗੱਲ ਆ ਨਾ ਮਾੜੀ ਜੀ, ਇਹ ਬਈ ਉਹਨਾਂ ਨੇ ਡਿੱਠੇ ਰਤਨ ਜਵਾਹਰ ਲਾਲਾ ਦੀ ਗੱਲਬਾਤ ਕਰਨ ਦੀ, ਹੁਣ ਉਹਨਾਂ ਨੇ ਤਾਂ ਭੇਜਿਆ ਸੀ ਇੱਥੇ ਪਾਣੀ ਲੈਣ ਨੂੰ, ਤੇ ਇੱਥੇ ਚਰਚਾ ਕੀਤਾ ਉਹਨਾਂ ਨੇ ਕਿ ਇਹ ਸੁਣੀਆਂ ਸੁਣਾਈਆਂ ਗੱਲਾਂ ਵਾਂਗੂ ਲਿਖਿਆ ਗਿਆ ਵੀ ਉਹਨਾਂ ਨਾਲ ਏਦਾਂ ਉਹਦੀ ਗੱਲ ਵੀ ਹੋਈ ਹੈ। ਹਾਂਜੀ ਬਾਪੂ ਜੀ ਇੱਥੇ ਨਾ ਜਿਹੜਾ ਕਿ ਮੈਂ ਇਹਨਾਂ ਗੱਲਾਂ ਨੂੰ ਮਹਿਸੂਸ ਕਰਦਾ, ਬਹੁਤ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਕਿ ਪਦਾਰਥਾਂ ਨਾਲ ਜੋੜ ਦਿੱਤੀਆਂ ਜਾਂਦੀਆਂ ਨੇ। ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਜ਼ਰੂਰ ਇਹ ਸਮਝਾਇਆ ਹੋਣਾ ਵੀ ਤੁਸੀਂ ਤਾਂ ਮੈਨੂੰ ਹੀਰੇ ਮੋਤੀ ਆਦਿਕ ਦੇ ਨਾਲ ਆਪਣੇ ਵਸ਼ ਚ ਕਰਨਾ ਚਾਹੁੰਦੇ ਹੋ, ਸ਼ਾਇਦ ਮੈਂ ਲਾਲਚ ਚ ਆ ਜਾਵਾਂ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਿੰਦੁਸਤਾਨ ਦੇ, ਭਾਰਤ ਦੇ, ਆਪਣੇ ਦੇਸ਼ ਦੇ ਸਾਰੇ ਲਾਲ ਨੇ ਜਿਹੜੇ ਹੀਰੇ ਮੋਤੀ ਨੇ, ਭਾਵ ਕਿ ਨੌਜਵਾਨੀ ਹੈ, ਇਨਸਾਨ ਨੇ, ਉਹ ਗਰਕਦੇ ਜਾ ਰਹੇ ਨੇ, ਉਹ ਬਰਬਾਦ ਹੋ ਰਹੇ ਨੇ। ਉਹ ਲਾਲ ਮੈਨੂੰ ਜ਼ਿਆਦਾ ਪਿਆਰੇ ਲੱਗਦੇ ਨੇ, ਮੈਂ ਉਹਨਾਂ ਨੂੰ ਬਚਾਉਣਾ ਚਾਹੁੰਦਾ। ਉਧਰਲੇ ਪਾਸੇ ਧਿਆਨ ਦਿਓ। ਤੁਸੀਂ ਲੋਕ ਉਹਨਾਂ ਨੂੰ ਛੱਡ ਕੇ ਆ ਗਏ ਹੋ, ਉਹਨਾਂ ਦੇ ਸੁਧਾਰ ਵਾਸਤੇ ਕੋਈ ਕੰਮ ਨਹੀਂ ਕਰਦੇ, ਬਲਕਿ ਲੋਕਾਂ ਦੇ ਜਿਹੜੇ ਨੌਜਵਾਨ ਕੁਝ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਆਪਣੀ ਭੈੜੀ ਮੱਤ ਦਾ ਉਪਦੇਸ਼ ਦੇ ਕੇ ਆਪਣੇ ਨਾਲ ਲੈ ਆਉਂਦੇ ਹੋ। ਇਹ ਦੇਸ਼ ਬਰਬਾਦ ਕਰਨ ਦਾ ਤੁਸੀਂ ਬਹੁਤੇ ਜ਼ਿੰਮੇਵਾਰ ਹੋ। ਇੱਥੇ ਨਾ ਭਾਈ ਗੁਰਦਾਸ ਨੇ ਹੋਰ ਕਮਾਲ ਦੀ ਗੱਲ ਲਿਖੀ ਹੈ, ਇੱਥੇ ਤਾਂ ਕੱਲ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਹੀ। ਇੱਥੇ ਤਾਂ ਸਾਰੇ ਦੇਸ਼ ਦੇ ਵਿੱਚ ਜਾਣੀ ਕਿ ਕੁੱਤੇ ਦੇ ਮੂੰਹ ਵਰਗੇ ਸਾਰੇ ਲਾਲਚੀ ਬਣੇ ਫਿਰਦੇ ਨੇ। ਰਾਜੇ ਪਾਪ ਕਮਾਵਨ ਦੇ ਉਲਟੀ ਵਾੜ ਖੇਤ ਕੋ ਖਾਈ। ਇੱਥੇ ਰਾਜੇ ਪਾਪੀ ਬਣ ਗਏ ਨੇ, ਤੁਹਾਨੂੰ ਨਜ਼ਰ ਹੀ ਨਹੀਂ ਆ ਰਹੇ। ਜਿਹੜੇ ਰਾਖੇ ਬਣਨਾ ਸੀ ਉਹੀ ਲੁੱਟ ਕੇ ਖਾ ਰਹੇ ਨੇ। ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਅਲਾਈ। ਲੋਕੀ ਵਿਚਾਰੇ ਅਗਿਆਨਤਾ 'ਚ ਡੁੱਬੇ ਹੋਏ ਨੇ, ਝੂਠ ਫਰੇਬ ਦੇ ਵਿੱਚ ਉਲਝੇ ਹੋਏ ਨੇ, ਉਹਨਾਂ ਨੂੰ ਰਾਹ ਪਾਉਣ ਵਾਲਾ ਕੋਈ ਵੀ ਨਹੀਂ ਹੈ। ਚੇਲੇ ਸਾਜ਼ ਵਜਾਏਂਦੇ ਨੱਚਣ ਗੁਰੂ ਬਹੁਤ ਵਿਦ ਭਾਈ। ਚੇਲੇ ਸਾਜ਼ ਵਜਾਉਂਦੇ ਨੇ ਤੇ ਗੁਰੂ ਨੱਚਦੇ ਨੇ, ਪੇਟ ਪੂਰਤੀ ਕਰਦੇ ਨੇ, ਹੋਰ ਕੁਝ ਵੀ ਪੱਲੇ ਨਹੀਂ ਹੈ। ਚੇਲੇ ਬੈਠਣ ਘਰਾਂ ਵਿੱਚ ਗੁਰ ਉੱਠ ਘਰੀ ਤਿਨਾੜੇ ਜਾਈ। ਬਹੁਤੀਆਂ ਥਾਵਾਂ ਦੇ ਤਾਂ ਚੇਲੇ ਘਰਾਂ 'ਚ ਬੈਠੇ ਨੇ, ਗੁਰੂ ਉਹਨਾਂ ਦੇ ਘਰਾਂ 'ਚ ਆਪ ਹੀ ਜਾ ਕੇ ਨੱਚਦੇ ਨੇ, ਗਾਉਂਦੇ ਨੇ ਕਿ ਚਲੋ ਮੰਗ ਕੇ ਲਿਆਈਏ, ਕੁਝ ਖਾਈਏ ਪੀਏ, ਲੋਕਾਂ ਨੂੰ ਲੁੱਟੀਏ। ਤੇ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਕਾਜੀ ਮੈਨੇ ਹੁੰਦਾ ਜੱਜ। ਇੱਥੋਂ ਦੇ ਜਿਹੜੇ ਧਾਰਮਿਕ ਚੋਲਿਆਂ ਵਾਲੇ ਕਾਜੀ ਨੇ, ਜੱਜ ਨੇ, ਉਹ ਰਿਸ਼ਵਤ ਲੈ ਕੇ ਲੋਕਾਂ ਨੂੰ ਹੱਕ ਇਨਸਾਫ ਦਾ ਤਰਾਜੂ ਉਹ ਬਦਲ ਦਿੰਦੇ ਨੇ, ਝੂਠੇ ਨੂੰ ਵਰੀ ਕਰਦੇ ਨੇ ਤੇ ਸੱਚੇ ਨੂੰ ਫਾਂਸੀ ਲਾ ਦਿੰਦੇ ਨੇ। ਇਸਤਰੀ ਪੁਰਖ ਹੈ ਦਾਮ ਹਿੱਤ ਭਾਵੈ ਆਓ ਆਏ ਕਿਥਾਂ ਜਾਈ। ਔਰਤਾਂ ਪੁਰਖ ਪੈਸੇ ਦੇ ਵੱਟੇ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਨੇ। ਵਰਤਿਆ ਪਾਪ ਸਭ ਸਜਗ ਮਾਹੀ। ਇਹ ਸਾਰੇ ਦੇਸ਼ ਦੀ ਦੁਰਦਸ਼ਾ ਹੋ ਰਹੀ ਹੈ। ਤੁਸੀਂ ਇਹਨਾਂ ਹੀਰੇ ਮੋਤਿਆਂ ਦੇ ਵਿੱਚ ਉਲਝੇ ਹੋਏ ਹੋ, ਜਿਹੜੇ ਮੈਨੂੰ ਕਹਿ ਰਹੇ ਹੋ ਇੱਥੋਂ ਤੇਰਾ ਖੱਪਰ ਹੈ ਜਿਹੜਾ ਹੀਰੇ ਮੋਤੀਆਂ ਨਾਲ ਭਰਿਆ, ਸੁਣਾ ਕੀ ਹਾਲ ਹੈ। ਭੇਜਿਆ ਸੀ ਮੈਨੂੰ ਪਾਣੀ ਲੈਣ ਤੇ ਤੁਸੀਂ ਹੀਰੇ ਮੋਤੀਆਂ ਦਾ ਮੈਨੂੰ ਢੇਰ ਵਿਖਾ ਦਿੱਤਾ। ਭਾਈ ਮੈਂ ਇਹਨਾਂ 'ਚ ਉਲਝਣ ਵਾਲਾ ਨਹੀਂ ਹਾਂ। ਤੁਸੀਂ ਆਪਣੇ ਹੀਰੇ ਮੋਤੀ ਜਿਹੜੇ ਦੇਸ਼ ਦੇ ਨੇ ਬਰਬਾਦ ਹੋ ਰਹੇ ਨੇ, ਉਹਨਾਂ ਨੂੰ ਸੰਭਾਲਣ ਦਾ ਕੋਈ ਉਪਰਾਲਾ ਕਰੋ। ਬਿਲਕੁਲ ਜੀ ਬਿਲਕੁਲ। ਇਹ ਜ਼ਰੂਰਤ ਇੱਕ ਤਰੀਕੇ ਦੀ ਜਿਵੇਂ ਮੈਜਿਕ ਟ੍ਰਿਕ ਕਰਦੇ ਆ ਨਾ, ਜਿਵੇਂ ਉਹ ਹਵਾ ਦੇ ਵਿੱਚੋਂ ਸਿੱਕੇ ਕੱਢਣਾ ਤੇ ਕਿਤੇ ਕਿਤੋਂ ਕੱਢੀ ਜਾਣੇ, ਕਿਤੇ ਖੜਕਾ ਜਾ ਕਰੀ ਜਾਣਾ, ਉਸ ਤਰੀਕੇ ਦੀ ਗੱਲ ਹੈ ਸੇਮ। ਆਪ ਤਾਂ ਨੰਗੇ ਫਿਰਦੇ ਸੀ, ਉਹਨਾਂ ਦੇ ਪੱਲੇ ਕੁਛ ਨਹੀਂ ਸੀ, ਪਰ ਉਹਨਾਂ ਨੇ ਵੱਡੀ ਗੱਲ ਕੀ ਦਿਖਾਈ ਕਿ ਜਿਵੇਂ ਸਾਰਾ ਕੁਛ, ਕਿਉਂਕਿ ਏਦਾਂ ਦੀ ਜਿਹੜੀ ਮਹਿਮਾ ਅੱਜ ਤੱਕ ਇੰਨੇ ਡਰਾਵਣੇ ਲੱਗਦੇ, ਕਿਸੇ ਦਾ ਦਰਵਾਜ਼ਾ ਖੜਕਾ ਦੇਣ ਅਗਲਾ ਖੋਲੇ ਤੇ ਨਿਆਣੇ 2-2 ਦਿਨ ਚੁੱਪ ਨਹੀਂ ਹੁੰਦੇ, ਇੰਨਾ ਰੋਂਦੇ ਆ।
ਮਤਲਬ ਇਹੋ ਜਿਹੇ ਬੰਦਿਆਂ ਦੀਆਂ ਸ਼ਕਲਾਂ ਬਣਾਈਆਂ ਹੁੰਦੀਆਂ, ਮੂੰਹ ਤੇ ਸਵਾਹ ਮਲੀ ਹੁੰਦੀ ਆ, ਡਰ ਲੱਗਦਾ ਨਿਆਣਿਆਂ ਨੂੰ ਦੇਖ ਕੇ। ਜਿਹਨੇ ਦੇਖਣਾ ਹੋਵੇ ਅੱਜ ਵੀ ਇਹ ਪ੍ਰਾਗਰਾਜ ਤੇ ਜਗਨਨਾਥਪੁਰੀ ਤੇ ਇਲਾਹਾਬਾਦ ਤੇ ਰਾਮ ਮੰਦਿਰ ਆਦਿਕ ਦੇ ਵਿੱਚ ਸਾਧਾਂ ਦੇ ਟੋਲੇ ਆਉਂਦੇ ਨੇ, ਅੱਜ ਤੱਕ ਵੀ ਉਹਨਾਂ ਦੇ ਮੂੰਹ ਤੇ ਉਹਨਾਂ ਦੀਆਂ ਜਿਹੜੀਆਂ ਸ਼ਕਲਾਂ ਨੇ ਤੇ ਪਹਿਰਾਵਾ ਹੈ ਉਹ ਅੱਜ ਤੱਕ ਵੀ ਵੇਖ ਲਓ, ਬੰਦੇ ਨੂੰ ਕੰਬਣੀ ਛਿੜਦੀ ਹੈ। ਲੋਕ ਨੇ ਉਦੋਂ ਵੀ ਇਦੋਂ ਭੈੜੇ ਸੀ ਬਾਪੂ ਜੀ। ਮੈਂ ਖੁਦ ਆਪਣਾ ਭਗਤ ਜੈਦੇਵ ਦਾ ਮੰਦਿਰ ਹੈ ਨਾ, ਉੱਥੇ ਖੁਦ ਵੇਖਣ ਦੇ ਲਈ ਗਿਆ, ਤੇ ਉੱਥੇ ਇੰਨੀਆਂ ਨਾਲੇ ਹੱਡੀਆਂ ਹੁੱਡੀਆਂ ਰੱਖ ਕੇ ਨਾ ਸਿਰ ਦੀਆਂ, ਤੇ ਉਹ ਇੰਨੇ ਡਰਾਵਣੇ ਸੀ, ਇਹੋ ਜਿਹੇ ਪਖੰਡ ਕਰ ਰਹੇ ਸੀ, ਰੱਜੇ ਹੋਏ ਧੂਆਂ ਦਿਖਾਉਂਦੇ, ਮਤਲਬ ਨੇੜੇ ਖੜਨ ਨੂੰ ਜੀ ਨਹੀਂ ਕਰਦਾ ਉਹਨਾਂ ਦੇ। ਹਾਂਜੀ, ਆ ਮੇਰਾ ਥੋੜਾ ਟਾਈਮ ਹੋਇਆ ਇਹਦੀ ਸਰੋਤਿਓ, ਤੁਹਾਨੂੰ ਵੀਡੀਓ ਵੀ ਜਿਹੜੀ ਹੈ ਮੇਰੇ ਚੈਨਲ ਤੇ ਭਗਤ ਜੈਦੇਵ ਦੇ ਨਾਮ ਦੇ ਉੱਪਰ ਤੇ ਇੱਕ ਫੇਸਬੁੱਕ ਦੇ ਉੱਪਰ ਵੀ ਤੁਹਾਨੂੰ ਜਿਹੜੀ ਆ ਪ੍ਰੋਵਾਈਡਡ ਆ, ਤੁਸੀਂ ਦੇਖ ਸਕਦੇ ਹੋ ਉੱਥੇ ਕਿੱਦਾਂ ਦੇ ਹਾਲਾਤ ਨੇ, ਕਿਸ ਤਰੀਕੇ। ਮੈਂ ਹੋਰ ਵੀ ਇੱਕ ਅੱਧੀ ਵੀਡੀਓ ਸ਼ੇਅਰ ਕਰ ਦਿਆਂਗੇ ਜੇ ਤੁਸੀਂ ਦੇਖਣਾ ਚਾਹੋ ਕਿਸ ਤਰੀਕੇ ਦੇ ਹਾਲਾਤ ਉੱਥੇ। ਆਪਾਂ ਅੱਗੇ ਵਧਦੇ ਬਾਪੂ ਜੀ। ਇਹ ਤਾਂ ਗੱਲ ਹੋ ਗਈ ਪਹਿਲੇ ਉਹਨਾਂ ਸਵਾਲਾਂ ਦੀ। ਕਹਿੰਦੇ ਹੁਣ ਜਿਹੜਾ ਸਾਲਾਨਾ ਮੇਲਾ ਇੱਥੇ ਕੀਤਾ ਜਾਂਦਾ ਸੀ ਸ਼ਿਵਰਾਤ ਦਾ, ਉੱਥੇ ਵੀ ਲੋਕਾਂ ਦੇ ਉੱਪਰ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੇ ਸੀ, ਲੋਕਾਂ ਤੋਂ ਧਨ ਦੌਲਤ ਹੜੱਪ ਲੈਂਦੇ ਸੀ। ਇਹਦੇ ਬਾਰੇ ਥੋੜਾ ਆਪਾਂ ਜਿਹੜੀ ਚਰਚਾ ਕਰੀਏ, ਜਿਹੜਾ ਮੇਲਾ ਸ਼ਿਵਰਾਤ ਦਾ ਸੀ, ਜਿੱਧਰ ਨੂੰ ਗੁਰੂ ਨਾਨਕ ਨੇ ਵੀ ਬਾਅਦ ਚ ਮੁੱਖ ਕੀਤਾ। ਹਾਂਜੀ, ਇੱਥੇ ਨਾ ਭਾਈ ਗੁਰਦਾਸ ਨੇ ਸਾਫ਼ ਲਿਖਿਆ, ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ ਜੀ। ਹੁਣ ਇੱਥੇ ਮੇਲਾ ਸਾਲਾਨਾ ਲੱਗਦਾ ਸੀ ਤੇ ਸ਼ਿਵ ਜੀ ਨੂੰ ਇਹ ਆਪਣਾ ਮੁਖੀ ਮੰਨਦੇ ਸੀ ਜਿਹੜੇ ਜੋਗੀ ਨੇ। ਤੇ ਹੁਣ ਪਹਿਲੀ ਗੱਲ ਤਾਂ ਜਿਹੜਾ ਸ਼ਿਵ ਜੀ ਹੈ, ਪੁਰਾਤਨ ਕਹਾਣੀਆਂ ਦੇ ਮੁਤਾਬਕ ਉਹ ਨੰਗਾ ਵੀ ਰਹਿੰਦਾ ਸੀ, ਤੇ ਫਿਰ ਉਹਦੇ ਗੁਪਤ ਅੰਗ ਦੀ ਪੂਜਾ ਵੀ ਹੁੰਦੀ ਹੈ। ਉਹ ਨਸ਼ੇੜੀ ਵੀ ਹੈਗਾ ਸੀ, ਉਹ ਗਲ 'ਚ ਸੱਪ ਵੀ ਪਾ ਕੇ ਰੱਖਦਾ ਸੀ, ਤੇ ਹੋਰ ਉਹਦੇ ਸਿਰ ਦੇ ਵਿੱਚੋਂ ਕੇਸਾਂ ਦੇ ਵਿੱਚੋਂ ਕਹਿੰਦੇ ਨੇ ਗੰਗਾ ਵੀ ਨਿਕਲਦੀ ਸੀ, ਉਹਦੇ ਸਿਰ ਦੇ ਵਿੱਚ ਬਾਲਾਂ ਦੇ ਵਿੱਚ ਚੰਦਰਮਾ ਵੀ ਟਿਕਿਆ ਹੋਇਆ ਸੀ। ਇਹ ਸਾਰੀਆਂ ਕਹਾਣੀਆਂ ਨਾ ਮੰਨਣ ਯੋਗ ਨੇ, ਕਲਪਤ ਨੇ, ਜਿਹੜੇ ਕਲਪਤ ਅਵਤਾਰ ਨੂੰ ਆਪਣਾ ਗੁਰੂ ਮੰਨੀ ਬੈਠੇ ਨੇ, ਤੇ ਜਿਹੜਾ ਆਪ ਨਸ਼ੇੜੀ ਹੈ ਤੇ ਜਿਹੜਾ ਆਪ ਇਹੋ ਜਿਹੇ ਕੰਮ ਕਰਦਾ ਹੈ ਤੇ ਉਹਨੂੰ ਜਿਹੜੇ ਗੁਰੂ ਬਣਾਈ ਬੈਠੇ ਨੇ, ਆਪ ਹੀ ਸੋਚ ਲਓ ਕਿ ਉਹਦੇ ਚੇਲਿਆਂ ਦੀ ਜਿਹੜੀ ਮੱਤ ਹੈ ਉਹ ਕਿਹੋ ਜਿਹੀ ਹੋਵੇਗੀ। ਬਿਲਕੁਲ ਜੀ, ਇਸ ਸਰੋਤੇ ਉਸੇ ਤਰੀਕੇ ਦੀ ਗੱਲ ਹੈ। ਜਿਵੇਂ ਮਾਫ ਕਰਨਾ ਬਾਪੂ ਜੀ, ਮੈਂ ਇੰਟਰਪਟ ਕਰ ਰਿਹਾ। ਜਿਵੇਂ ਆਪਣਾ ਇਹ ਇੱਥੇ ਹੁਣ ਇੱਕ ਜਿਹੜਾ ਆਪਣੇ ਇੱਧਰ ਦਾ ਕਿਹੜਾ ਸ਼ਾਹ ਸੀਗਾ, ਰੋਡੇ ਸ਼ਾਹ ਕੇ, ਜਿਹਦੇ ਬਾਰੇ ਇਹ ਗਾਉਂਦਾ ਹੁੰਦਾ ਸੀ ਗੁਰਦਾਸ ਮਾਨ ਵੀ। ਹਾਂਜੀ, ਇੱਥੇ ਵੀ ਇਹੀ ਕੁਛ ਹੁੰਦਾ ਰਿਹਾ ਨਾ ਅੱਜ ਤੱਕ। ਤੇ ਕਈ ਸ਼ਾਹ ਇਦਾਂ ਦੇ ਨੇ ਜਿਨ੍ਹਾਂ ਦੇ ਨਾਮ ਤੇ ਮੇਲੇ ਲੱਗਦੇ ਆ ਤੇ ਖੁਦ ਧੂਆਂ ਦਿਖਾਉਂਦੇ ਆ। ਔਰ ਲਾਡੀ ਸ਼ਾਹ, ਸੌਰੀ, ਹਾਂਜੀ ਹਾਂ, ਲਾਡੀ ਸ਼ਾਹ ਮੇਰੇ ਦਿਮਾਗ ਚੋਂ ਸਕਿਪ ਹੋ ਗਿਆ ਸੀਗਾ। ਉਹ ਲਾਡੀ ਸ਼ਾਹ ਵਰਗੀਆਂ ਥਾਵਾਂ, ਹੁਣ ਤੁਸੀਂ ਉਸ ਚੀਜ਼ ਨੂੰ ਇਮੇਜਿਨ ਕਰੋ ਵੀ ਸਾਡਾ ਪੰਜਾਬ ਪਹਿਲਾਂ ਕਿੱਧਰ ਨੂੰ ਰੁੜ ਗਿਆ, ਪੂਰਾ ਨਸ਼ਿਆਂ ਦੀ ਇੱਕ ਦਲਦਲ ਦੇ ਵਿੱਚ ਸਾਡੇ ਨਿਆਣੇ ਫਸ ਗਏ। ਜਦੋਂ ਉਹਨਾਂ ਨੂੰ ਮਾਹੌਲ ਹੀ ਉਦਾਂ ਦਾ ਮਿਲ ਰਿਹਾ, ਇੱਕ ਦੂਜੇ ਦੇ ਨਾਲ ਜਿਹੜੇ ਸੱਟੇ ਲਾਉਣ ਨੂੰ ਮਿਲ ਰਹੇ ਆ, ਤਾਂ ਉਹ ਕਿੱਧਰ ਨੂੰ ਜਾਣਗੇ? ਜਿਨ੍ਹਾਂ ਨੂੰ ਗੁਰੂ ਕਿਹਾ ਜਾਂਦਾ ਉਹ ਕਿੱਧਰ ਨੂੰ? ਹਾਂਜੀ ਬਾਪੂ ਜੀ, ਕੈਰੀ ਔਨ ਜੀ। ਹਾਂਜੀ, ਇਹਨਾਂ ਨੇ ਨਾ ਉੱਥੇ ਇੱਕ ਤਰ੍ਹਾਂ ਦੇ ਜਾਦੂਗਰਾਂ ਵਾਂਗੂ ਤਮਾਸ਼ੇ ਕਰਦੇ ਸੀ ਇਹ ਜੋਗੀ। ਇਹਨਾਂ ਨੇ ਤਾਂ ਬਾਹਰ ਰਹਿ ਕੇ ਟ੍ਰਿਕ ਇਹੋ ਜਿਹੇ ਸਿੱਖੇ ਹੋਏ ਸੀ ਕਿ ਕਿਵੇਂ ਲੋਕਾਂ ਨੂੰ ਧੋਖਾ ਦੇਣਾ ਹੈ, ਕਿਵੇਂ ਉਹਨਾਂ ਨੂੰ ਕਮਲੇ ਬਣਾਉਣਾ ਹੈ। ਜਿਵੇਂ ਇੱਕ ਮਦਾਰੀ ਸ਼ਰੇਆਮ ਕਿਤੇ ਚੌਂਕ ਦੇ ਵਿੱਚ ਜਾਂ ਕਿਤੇ ਰੇਲਵੇ ਸਟੇਸ਼ਨ ਦੇ ਨੇੜੇ, ਬੱਸ ਅੱਡੇ ਦੇ ਨੇੜੇ, ਜਿੱਥੇ ਭੀੜ ਜੀ ਸੌਖੀ ਇਕੱਠੀ ਹੋ ਜਾਵੇ, ਉੱਥੇ ਉਹ ਤਮਾਸ਼ਾ ਲਾ ਲੈਂਦਾ ਤੇ ਤਮਾਸ਼ਾ ਕਰਦਿਆਂ ਕਈ ਤਰ੍ਹਾਂ ਦੀ, ਕਿਸੇ ਦੀ ਜੀਭ ਕੱਟ ਦਿੱਤੀ, ਨਾਟਕ ਕੀਤਾ, ਤੇ ਕਿਸੇ ਦੀ ਗਰਦਨ ਕੱਟ ਦਿੱਤੀ, ਤੇ ਕੁਝ ਹਵਾ ਚ ਉਡਾ ਦਿੱਤਾ, ਰੁਪਈਏ ਦੁੱਗਣੇ ਕਰ ਦਿੱਤੇ। ਇਹੋ ਜਿਹਾ ਬਹੁਤ ਨਾਟਕ ਕਰਦਾ ਹੈ। ਮੈਂ ਕਈ ਸਾਰੇ ਇਹੋ ਜਿਹੇ ਮਦਾਰੀਆਂ ਨੂੰ ਆਮ ਦੇਖਿਆ, ਤੇ ਤੁਸੀਂ ਆਪ ਤਜਰਬਾ ਕਰ ਲਿਓ। ਜਿਹੜੇ ਮਦਾਰੀ ਨੇ ਕਿਸੇ ਦੀ ਜੀਭ ਕੱਟੀ ਹੋਣ ਦਾ ਖੇਖਣ ਕੀਤਾ ਹੁੰਦਾ ਹੈ, ਮੈਂ ਉਸ ਬੱਚੇ ਦੇ ਕੱਪੜਿਆਂ ਦੇ ਉੱਤੇ ਖੂਨ ਦੇ ਤੁਪਕੇ ਲੱਗੇ ਦੇਖੇ ਨੇ, ਭਾਵ ਕਿ ਅਸਲ ਦੇ ਵਿੱਚ ਉਹ ਖੂਨ ਨਹੀਂ ਹੁੰਦਾ, ਰੰਗ ਦੇ ਛਿੱਟੇ ਮਾਰੇ ਹੁੰਦੇ ਨੇ। ਤੁਸੀਂ ਆਪ ਤਜਰਬਾ ਕਰ ਲਿਓ। ਖੂਨ ਹੈ ਜਿਹੜਾ ਸੁੱਕਣ ਤੋਂ ਬਾਅਦ ਉਹ ਹੌਲੀ ਹੌਲੀ ਕੋਕਾ ਕੋਲਾ ਟਾਈਪ ਹੋ ਜਾਂਦਾ ਹੈ। ਇੱਕ ਖੂਨ ਦੇ ਉੱਤੇ ਮੱਖੀਆਂ ਮੱਛਰ ਭਿਣਕਦੇ ਨੇ। ਜਿਹੜਾ ਇਹ ਰੰਗ ਦੇ ਛਿੱਟੇ ਨੇ ਇਹ ਹਲਕੇ ਲਾਲ ਰੰਗ ਦੇ ਹੋ ਜਾਂਦੇ ਨੇ। ਇਹ ਤੇ ਮੱਖੀ ਵਗੈਰਾ ਕੋਈ ਨਹੀਂ ਆਉਂਦੀ, ਕਿਉਂਕਿ ਖਾਣ ਨੂੰ ਤਾਂ ਹੈ ਨਹੀਂ ਇਹਦੇ ਵਿੱਚ ਕੁਝ ਵੀ। ਬਿਲਕੁਲ, ਇਸੇ ਕਰਕੇ ਉਹਨਾਂ ਨੇ ਬੱਚੇ ਦੇ ਮੂੰਹ ਦੇ ਵਿੱਚ ਇੱਕ ਰੰਗ ਦੀ ਗੋਲੀ ਪਾਈ ਹੁੰਦੀ ਹੈ। ਜੀਭ ਕੱਟਣ ਦਾ ਨਾਟਕ ਹੈ ਜਿਹੜਾ, ਉਹਦੇ ਜੀਭ ਦੇ ਅੰਦਰ ਕੋਈ ਛੋਟਾ ਜਿਹਾ ਪਲਾਸਟਿਕ ਦਾ ਟੁਕੜਾ ਰੱਖਿਆ ਹੁੰਦਾ ਹੈ, ਉਹਨੂੰ ਖਿੱਚ ਕੇ ਬਾਹਰ ਕੱਢ ਦਿੰਦੇ ਨੇ, ਤੇ ਜਿਹੜਾ ਮੂੰਹ ਦੇ ਵਿੱਚ ਬੱਚੇ ਦੇ ਰੰਗਦਾਰ ਗੋਲੀ ਪਾਈ ਹੋਈ ਹੈ, ਉਸ ਗੋਲੀ ਨੂੰ ਬਾਹਰ ਕੱਢ ਕੇ ਉਹਦਾ ਰੰਗ ਰੁੰਗ ਜਾਂ ਥੁੱਕ ਜਾਂ ਸਾਰਾ ਬਾਹਰ ਲੋਕਾਂ ਨੂੰ ਦਿਖਾ ਦਿੰਦੇ ਨੇ। ਕਹਿੰਦੇ ਆਹ ਦੇਖ ਲਓ, ਜੀਭ ਕੱਟਤੀ, ਹੁਣ ਇੰਨੇ ਪੈਸੇ ਦਿਓ ਤੇ ਤਾਂ ਇਹ ਬੱਚਿਆਂ ਦੀ ਜੀਭ ਜੁੜ ਜਾਊਗੀ ਤੇ ਫਿਰ ਬੋਲਣ ਜੋਗਾ ਹੋ ਜਾਊਗਾ। ਤੇ ਰੋਜ਼ ਉਹਦੀ ਜੀਭ ਕੱਟਦਾ ਤੇ ਰੋਜ਼ ਉਹਦੀ ਜੋੜਦਾ ਤੇ ਪੈਸੇ ਕਮਾ ਕੇ ਘਰ ਨੂੰ ਜਾਂਦਾ ਤੇ ਲੋਕ ਪੈਸੇ ਦੇਈ ਜਾਂਦੇ ਨੇ। ਤਾਂ ਇਹਨਾਂ ਜੋਗੀਆਂ ਨੇ ਇਦੋਂ ਵੱਡੇ ਹੋਰ ਤਮਾਸ਼ੇ ਕੀਤੇ ਹੋਏ ਸੀ। ਅਸੀਂ ਹਵਾ 'ਚ ਉੜ ਸਕਦੇ ਹਾਂ, ਅਸੀਂ ਆਕਾਸ਼ ਨੂੰ ਟਾਕੀਆਂ ਲਾ ਸਕਦੇ ਹਾਂ, ਅਸੀਂ ਧਰਤੀ ਦੇ ਵਿੱਚ ਵੜ ਸਕਦੇ ਹਾਂ, ਅਸੀਂ ਉਡਾਰੀਆਂ ਪੰਛੀਆਂ ਵਾਂਗੂ ਮਾਰ ਸਕਦੇ ਹਾਂ,
ਅਸੀਂ ਮੂੰਹ ਚੋਂ ਅੱਗ ਉਗਲ ਸਕਦੇ ਹਾਂ। ਇਹ ਤਾਂ ਅੱਗ ਉਗਲਣ ਵਗੈਰਾ ਦਾ ਤਮਾਸ਼ਾ ਤਾਂ ਅੱਜ ਵੀ ਵਿਗਿਆਨਕ ਢੰਗ ਨੂੰ ਅਪਣਾ ਕੇ ਇੱਕ ਖਾਸ ਕਿਸਮ ਦਾ ਜਿਹੜਾ ਪਦਾਰਥ ਹੁੰਦਾ ਹੈ ਉਹਨੂੰ ਆਪਣੇ ਮੂੰਹ 'ਚ ਭਰ ਲੈਂਦੇ ਨੇ ਤੇ ਉਹਨੂੰ ਅੱਗ ਲਾ ਦਿੰਦੇ ਨੇ। ਅੱਗ ਅੰਦਰ ਨਹੀਂ ਜਾਂਦੀ, ਜਦੋਂ ਉਹ ਭਾਫ ਬਾਹਰ ਕੱਢਦੇ ਨੇ ਉਹ ਗੈਸ ਵਾਲੀ ਤਾਂ ਉਹਨੂੰ ਅੱਗ ਲੱਗ ਜਾਂਦੀ ਹੈ। ਇਹੋ ਜਿਹੇ ਤਮਾਸ਼ੇ ਤਾਂ ਅੱਜ ਵੀ ਲੋਕੀ ਕਹਿੰਦੇ ਨੇ, ਪਰ ਉਹ ਜਾਦੂਗਰ ਨਹੀਂ ਅਖਵਾਉਂਦੇ। ਹੁਣ ਕਹਿੰਦੇ ਨੇ ਅਸੀਂ ਤੁਹਾਡਾ ਮਨੋਰੰਜਨ ਕਰ ਰਹੇ ਹਾਂ, ਪਰ ਉਦੋਂ ਧਰਮ ਦੇ ਨਾਂ ਤੇ ਇਹ ਬਹੁਤ ਵੱਡੀ ਜਾਦੂਗਰੀ ਹੋ ਰਹੀ ਸੀ। ਲੋਕ ਵਿਚਾਰੇ ਅਣਜਾਣ ਸੀ, ਨਾ ਸਮਝ ਸੀ, ਉਹ ਉਹਨਾਂ ਦੇ ਪ੍ਰਭਾਵ ਥੱਲੇ ਆ ਜਾਂਦੇ ਸੀ ਤੇ ਗੁਰੂ ਨਾਨਕ ਦੇ ਵਿਰੁੱਧ ਵੀ ਉਹਨਾਂ ਨੇ ਕਈ ਸਾਜ਼ਿਸ਼ਾਂ ਰਚੀਆਂ, ਡਰਾਇਆ ਵੀ ਤੇ ਲੋਕਾਂ ਨੂੰ ਵੀ ਧਮਕਾਇਆ। ਪਰ ਗੁਰੂ ਨਾਨਕ ਸਾਹਿਬ ਨਾ ਡਰੇ ਤੇ ਨਾ ਉਹਨਾਂ ਦੇ ਦਬਾਅ ਥੱਲੇ ਆਏ। ਗੁਰੂ ਨਾਨਕ ਨੂੰ ਪਹਿਲਾਂ ਵੀ ਲੋਕੀ ਸੁਣ ਰਹੇ ਸੀ ਤੇ ਉਦਣ ਤਾਂ ਫਿਰ ਅਖੀਰਲੇ ਦਿਨ ਤਾਂ ਬਹੁਤ ਵੱਡਾ ਇੱਕ ਇਨਕਲਾਬ ਵਾਲੀ ਗੱਲ ਹੋ ਗਈ। ਫੈਸਲਾ ਹੋ ਗਿਆ ਕਿ ਅੱਜ ਜੋਗੀਆਂ ਦੀਆਂ ਜੜ੍ਹਾਂ ਪੁੱਟੀਆਂ ਗਈਆਂ, ਇਹਨਾਂ ਦਾ ਅੱਜ ਤਖਤ ਹੈ ਜਿਹੜਾ ਡਾਵਾਡੋਲ ਹੋ ਗਿਆ, ਉੱਥੋਂ ਹਾਰ ਕੇ ਗਏ ਨੇ। ਗੁਰੂ ਨਾਨਕ ਸਾਹਿਬ ਦੀ ਉੱਥੇ ਜੈ ਜੈਕਾਰ ਹੋਈ ਹੈ। ਇਹ ਆਪਾਂ ਅੱਗੇ ਵਿਚਾਰਾਂਗੇ ਹੋਰ ਕੀ ਹੋਇਆ ਉੱਥੇ। ਜੀ ਹਾਂਜੀ ਬਾਪੂ ਜੀ, ਅਗਲਾ ਸਵਾਲ ਵੀ ਜਿਹੜਾ ਸਾਡਾ ਇਹਦੇ ਬਾਰੇ ਹੀ ਆ। ਉਹ ਕਹਿੰਦੇ ਗੁਰੂ ਨਾਨਕ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੇ ਇੱਥੇ ਜਾ ਕੇ ਜਿਹੜਾ ਨਾ ਆਪਣਾ ਦੀਵਾਨ ਲਾਤਾ, ਸਮਝ ਲਓ ਇੱਕ ਤਰੀਕੇ ਨਾਲ ਇਕੱਠੇ ਹੋ ਕੇ ਬੈਠ ਗਏ ਤੇ ਬਾਬੇ ਨਾਨਕ ਦੀ ਮਹਿਮਾ ਵੀ ਆਸੇ ਪਾਸੇ ਸੀ। ਵੀ ਜਿਵੇਂ ਅੱਜ ਕੱਲ ਨਹੀਂ ਹੁੰਦਾ ਕਿ ਕਿਤੇ ਤਰਕਸ਼ੀਲ ਆਉਂਦੇ ਨੇ, ਉਹ ਤਰ੍ਹਾਂ ਤਰ੍ਹਾਂ ਦੇ ਟ੍ਰਿਕ ਕਰਕੇ ਦੱਸਦੇ ਆ ਵੀ ਭਾਈ ਲੋਕੋ ਤੁਹਾਨੂੰ ਏਦਾਂ ਲੁੱਟਦੇ ਆ, ਬਾਬੇ ਕਿੱਦਾਂ ਲੁੱਟਦੇ ਆ, ਠੀਕ ਹੈ। ਉਸ ਤਰੀਕੇ ਨਾਲ ਉਹ ਸਮਾਜ ਨੂੰ ਜਾਗਰਿਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ। ਤੇ ਇੱਥੇ ਬਾਬਾ ਨਾਨਕ ਜੀ ਨੇ ਵੀ ਆਪਣਾ ਜਿਹੜਾ ਉਹਨਾਂ ਨੂੰ ਇੱਕ ਜਿਹੜੇ ਅਸੂਲਾਂ ਦੇ ਤਹਿਤ ਉਹ ਚੱਲ ਰਹੇ ਸੀਗੇ। ਕਹਿੰਦੇ ਇੱਥੇ ਸਿੱਧ ਗੋਸ਼ਟ ਬਾਣੀ ਜਿਹੜੀ ਉਹ ਰਚੀ ਵੀ ਗਈ, ਭਾਵ ਉਹਨਾਂ ਨਾਲ ਗੱਲਬਾਤ ਹੋਈ ਤੇ 73 ਪੌੜੀਆਂ ਦਾ ਜਿਹੜਾ ਸੰਗ੍ਰਹਿ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ 938 ਅੰਕ ਦੇ ਉੱਪਰ ਦਰਜ ਹੈ, ਰਾਮਕਲੀ ਰਾਗ ਦੇ ਵਿੱਚ ਆ। ਔਰ ਨਾਲੇ ਇੱਥੇ ਇਹਦੇ ਵਿੱਚ ਕਿਹੜਾ ਕਿਹੜਾ ਮੈਸੇਜ ਆ ਜਿਹੜਾ ਆਮ ਸਰੋਤਿਆਂ ਨੂੰ ਇਹਨੂੰ ਸੁਣਨ ਤੋਂ ਬਾਅਦ, ਇਹਨੂੰ ਪੜ੍ਹਨ ਤੋਂ ਬਾਅਦ ਮਿਲ ਸਕਦਾ ਇਸ ਬਾਣੀ ਨੂੰ? ਇੱਥੇ ਜੀ ਪਹਿਲਾਂ ਤਾਂ ਜਿਹੜਾ ਜੋਗੀਆਂ ਨੇ, ਆਪਾਂ ਹੁਣ ਗੱਲ ਕੀਤੀ ਸੀ ਜੀ, ਗੁਰੂ ਨਾਨਕ ਦੀ ਗੱਲ ਸੁਣ ਕੇ ਜੋਗੀਆਂ ਨੂੰ ਬੜਾ ਗੁੱਸਾ ਆਇਆ ਵੀ ਤੁਸੀਂ ਤਾਂ ਸਾਡੀ ਗੱਲ ਹੀ ਨਹੀਂ ਸੁਣਨ ਨੂੰ ਤਿਆਰ ਹੈਗੇ। ਬਿਲਕੁਲ। ਭਾਈ ਗੁਰਦਾਸ ਜੀ ਕਹਿੰਦੇ ਨੇ, ਖਾਦੀ ਖੁਣਸ ਜੋਗੀਸਰਾਂ ਗੋਸ਼ਟ ਕਰਨ ਸਭੇ ਉਠਾਈ। ਇਕੱਠੇ ਹੋ ਕੇ ਟੋਲਾ ਗੁਰੂ ਨਾਨਕ ਸਾਹਿਬ ਕੋਲੇ ਉੱਥੇ ਆ ਗਿਆ ਜਿੱਥੇ ਲੋਕੀ ਗੁਰੂ ਨਾਨਕ ਸਾਹਿਬ ਦੇ ਵਿਚਾਰ ਸੁਣ ਰਹੇ ਸੀ ਤੇ ਗੁਰੂ ਨਾਨਕ ਸਾਹਿਬ ਉੱਚੇ ਥੜੇ ਤੇ ਬੈਠ ਕੇ ਉਹਨਾਂ ਨੂੰ ਉਪਦੇਸ਼ ਕਰ ਰਹੇ ਸੀ। ਅਸਲ 'ਚ ਇਹਨਾਂ ਦਾ ਜਿਹੜਾ ਪਖੰਡ ਹੈ ਲੋਕਾਂ ਦੇ ਸਾਹਮਣੇ, ਉਹ ਨੰਗਾ ਕਰ ਰਹੇ ਸੀ ਕਿ ਤੁਹਾਨੂੰ ਲੁੱਟ ਕੇ ਖਾ ਰਹੇ ਨੇ, ਕੁਰਾਹੇ ਪਾ ਰਹੇ ਨੇ ਇਹ ਲੋਕ। ਬਿਲਕੁਲ। ਤੇ ਪੁੱਛੇ ਜੋਗੀ ਭੰਗਰਨਾਥ, ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ? ਭੰਗਰਨਾਥ ਮੋਹਰੀ ਹੋ ਕੇ ਪੁੱਛਦਾ ਹੈ ਕਿ ਤੁਸੀਂ ਦੁੱਧ 'ਚ ਕਾਂਜੀ ਪਾਤੀ, ਭਾਵ ਕਿ ਕਾਂਜੀ ਪਾਇਆ ਦੁੱਧ ਫਟ ਜਾਂਦਾ ਹੈ, ਤੁਹਾਡੀ ਜ਼ਿੰਦਗੀ ਕੁਰਾਹੇ ਪਏਗੀ, ਇਹ ਜਿਹਾ ਤਾਨਾ ਮਾਰ ਰਿਹਾ ਉਹ। ਹਾਂਜੀ। ਫਟਿਆ ਚਾਟਾ ਦੁੱਧ ਦਾ, ਰਿੜਕਿਆ ਮੱਖਣ ਹੱਥ ਨਾ ਆਈ। ਅੱਗੇ ਇਹਨਾਂ ਦਾ ਜਿਹੜਾ ਗੁੱਸਾ ਸੀ ਜੋਗੀਆਂ ਦਾ ਉਹ ਇਹ ਸੀ ਵੀ ਹੇ ਨਾਨਕ, ਭੇਖ ਉਤਾਰ ਉਦਾਸ ਦਾ, ਵਤ ਕਿਉਂ ਸੰਸਾਰੀ ਰੀਤ ਚਲਾਈ? ਤੁਸੀਂ ਉਦਾਸੀਆਂ ਵਾਲਾ ਭੇਖ ਜਦੋਂ ਸਾਡੇ ਕੋਲੇ ਹਿਮਾਲਾ ਪਰਬਤ ਤੇ ਗਏ ਸੀ ਉਦੋਂ ਹੀ ਤੁਸੀਂ ਸਾਡੇ ਵਾਲਾ ਭੇਖ ਪਹਿਨਿਆ ਹੋਇਆ ਸੀ। ਹੁਣ ਤੁਸੀਂ ਸੰਸਾਰੀ ਲੋਕ ਜਿਹੜੇ ਗ੍ਰਸਤੀ ਲੋਕ ਨੇ ਉਹਨਾਂ ਵਰਗਾ ਪਹਿਰਾਵਾ ਪਾ ਲਿਆ। ਇਹ ਗਲਤ ਗੱਲ ਤੁਸੀਂ ਕਿਉਂ ਕੀਤੀ ਹੈ? ਨਾਨਕ ਆਖੇ ਭੰਗਰਨਾਥ, ਤੇਰੀ ਮੌਂ ਕੁਚੱਜੀ ਆਹੀ। ਇਹ ਭੰਗਰਨਾਥ ਜੋਗੀ, ਤੇਰੀ ਮੱਤ ਭੈੜੀ ਹੋ ਗਈ, ਤੈਨੂੰ ਅਕਲ ਨਹੀਂ ਆਈ। ਅੱਜ ਤੱਕ ਇੱਥੇ ਲੋਕਾਂ ਨੇ ਮਾਂ ਬਣਾ ਲਿਆ, ਮਾਂ ਨਹੀਂ ਹੈ, ਇੱਥੇ ਮੱਤ ਹੈ ਜੀ। ਭਾਂਡਾ ਧੋਏ ਨਾ ਜਾਤੇ ਉਨ, ਭਾਏ ਕੁਚੱਜੇ ਫੁੱਲ ਸੜਾਈ। ਤੈਨੂੰ ਨਾ ਭਾਂਡਾ ਧੋਣਾ ਆਇਆ ਤੇ ਕਿਉਂਕਿ ਜਿਹੜਾ ਦੁੱਧ ਜਮਾਉਣ ਵਾਲੇ ਭਾਂਡੇ ਦਾ ਉਦਾਹਰਨਾਂ ਤੇ ਚੱਲ ਰਹੀਆਂ ਨੇ ਨਾ ਤੁਹਾਨੂੰ ਭਾਂਡਾ ਧੋਣਾ ਆਇਆ, ਨਾ ਦੁੱਧ ਜਮਾਉਣਾ ਆਇਆ, ਨਾ ਰੜਕਣਾ ਆਇਆ, ਨਾ ਮੱਖਣ ਕੱਢਣਾ ਆਇਆ, ਭਾਵ ਕਿ ਅਕਲ ਦੀ ਗੱਲ ਤੁਹਾਨੂੰ ਆਈ ਕੋਈ ਨਹੀਂ ਜੀ। ਤੁਸੀਂ ਇੱਥੇ ਜਿਹੜਾ ਪਤੇ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਇੱਥੇ ਆਖੀ ਹੈ ਨਾ, ਹੋਏ ਅਤੀਤ ਗ੍ਰਸਤ ਤਜ, ਤੁਸੀਂ ਉਦਾਸੀ ਸਾਧ ਬਣ ਗਏ, ਗ੍ਰਸਤੀ ਨੂੰ ਤਿਆਗ ਦਿੱਤਾ। ਪਰ ਲਾਹਨਤ ਹੈ ਤੁਹਾਡੇ ਲੋਕਾਂ ਤੇ, ਫਿਰ ਉਹਨਾਂ ਗ੍ਰਸਤੀਆਂ ਦੇ ਘਰ ਤੁਸੀਂ ਮੰਗਣ ਜਾਂਦੇ ਹੋ, ਫਿਰ ਉਹਨੂੰ ਕੇ ਘਰ ਮੰਗਣ ਜਾਈ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਗ੍ਰਸਤੀਆਂ ਤੋਂ ਮੰਗ ਕੇ ਰੋਟੀ ਖਾ ਰਹੇ ਹੋ, ਪੇਟ ਪੂਰਤੀ ਕਰਦੇ ਹੋ, ਕੱਪੜਾ ਲੀੜਾ ਲੈਂਦੇ ਹੋ ਤੇ ਗ੍ਰਸਤੀਆਂ ਨੂੰ ਤੁਸੀਂ ਨਿੰਦਦੇ ਹੋ ਤੇ ਆਪ ਗ੍ਰਸਤ ਨੂੰ ਤਿਆਗ ਦਿੰਦੇ ਹੋ। ਇਹ ਤੁਹਾਡੀ ਕਿਹੋ ਜੀ ਜ਼ਿੰਦਗੀ ਹੈ, ਕਿਹੋ ਜੀ ਸੋਚ ਹੈ? ਬਿਨ ਦਿੱਤੇ ਕੁਛ ਹੱਥ ਨਾ ਆਈ। ਤੁਸੀਂ ਜੇ ਕੁਝ ਪਰਉਪਕਾਰ ਸੇਵਾ ਕਰੋਗੇ ਤਾਂ ਕੁਝ ਪ੍ਰਾਪਤ ਹੋਵੇਗਾ, ਗੱਪਾਂ ਮਾਰਨ ਨਾਲ ਤੁਹਾਨੂੰ ਕੁਝ ਵੀ ਨਹੀਂ ਮਿਲਣਾ। ਆ ਜਿਹੜਾ ਆਪਾਂ ਸਿੱਧ ਗੋਸ਼ਟ ਦੀ ਗੱਲ ਕਰਦੇ ਹਾਂ, ਸੰਖੇਪ ਜਾਂ ਇਹਦਾ ਕਦੇ ਜਿਹੜਾ ਫਿਰ ਆਪਾਂ ਵਿਚਾਰ ਵੀ ਕਰ ਸਕਦੇ ਹਾਂ, ਕਿਉਂਕਿ ਸਿੱਧ ਗੋਸ਼ਟ ਦੀਆਂ 73 ਪੌੜੀਆਂ ਨੇ। 73 ਪੌੜੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਤੇ ਸਿੱਧਾਂ ਜੋਗੀਆਂ ਦੇ ਬੜੇ ਸਵਾਲ ਨੇ। ਬਿਲਕੁਲ। ਇੱਥੇ ਇੰਨੀ ਕਮਾਲ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਪਿਆਰ ਨਾਲ ਲਿਖੀ ਹੋਈ ਹੈ, ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ। ਉਹ ਸਾਰੇ ਸਿੱਧ ਜੋਗੀ ਆਦਿਕ ਆ ਕੇ ਸਭਾ ਦੇ ਵਿੱਚ ਬੈਠ ਗਏ ਤੇ ਸਾਰੇ ਪਾਸੇ ਜੈ ਜੈਕਾਰ ਹੋਗੀ ਕਿ ਕਮਾਲ ਹੋਗੀ। ਇਹਨਾਂ ਦਾ ਤਾਂ ਅੱਜ ਕੋਈ ਇੱਕ ਪਾਸੇ ਫੈਸਲਾ ਹੋਵੇਗਾ, ਜਾਂ ਤਾਂ ਗੁਰੂ ਨਾਨਕ ਦੀ ਜਿੱਤ ਹੋਵੇਗੀ ਜਾਂ ਇਹਨਾਂ ਜੋਗੀਆਂ ਦੀ ਹੋਵੇਗੀ। ਆਪਸ ਦੇ ਵਿੱਚ ਵੱਡਾ ਸਵਾਲ ਜਵਾਬ ਦਾ ਅੱਜ
ਇਹਨਾਂ ਦਾ ਸਟੇਜ ਲੱਗ ਗਈ ਹੈ। ਬਿਲकुल जी। ਤਿਸ ਆਗੈ ਰਹਿ ਰਸ ਹਮਾਰੀ ਸਾਚਾ ਅਪਰ ਅਪਾਰੋ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਤਾਂ ਬੇਨਤੀ ਕਰਦਾ ਭਾਈ ਕਿ ਆਓ ਸੱਚ ਦੀ ਵਿਚਾਰ ਆਪਾਂ ਕਰੀਏ। ਮਸਤਕ ਕਾਟ ਧਰੀ ਤਿਸ ਆਗੈ ਤਨ ਮਨ ਆਗੈ ਦਿਓ। ਮੈਂ ਤਾਂ ਉਹਨੂੰ ਆਪਣਾ ਸਰੀਰ ਕੱਟ ਕੇ ਦੇਣ ਨੂੰ ਤਿਆਰ ਹਾਂ ਨਿਮਰਤਾ ਭਾਵ ਦੇ ਵਿੱਚ। ਨਾਨਕ ਸੰਤ ਮਿਲੈ ਸੱਚ ਪਾਈਐ ਸਹਿਜ ਭਾਏ ਜਸ ਲਿਓ। ਜੇ ਮੈਨੂੰ ਸੱਚ ਦੀ ਕਿਤੋਂ ਵਿਚਾਰ ਮਿਲ ਜਾਵੇ ਮੈਨੂੰ ਬੇਅੰਤ ਖੁਸ਼ੀ ਹੋਵੇਗੀ। ਅੱਜ ਇਸੇ ਕਰਕੇ ਮੈਂ ਤੁਹਾਡੇ ਨਾਲ ਵਿਚਾਰ ਕਰਨ ਲੱਗੇ ਹਾਂ। ਇੱਥੇ ਨਾ ਜਿਹੜਾ ਰਹਾਉ ਵਾਲਾ ਪੰਗਤੀ ਹੈ, ਰਹਾਉ ਵਾਲਾ ਬੰਦ ਹੈ, ਤਕਰੀਬਨ ਸੁਖਮਨੀ ਸਾਹਿਬ ਦੇ ਵਿੱਚ 24 ਅਸ਼ਟਪਦੀਆਂ ਨੇ, ਇੱਕ ਵਾਰੀ ਰਹਾਉ ਵਾਲਾ ਬੰਦ ਆਇਆ ਹੈ। ਆਸਾ ਕੀ ਵਾਰ ਦੇ ਵਿੱਚ 24 ਪੌੜੀਆਂ ਨੇ, ਇੱਕ ਵਾਰੀ ਰਹਾਉ ਵਾਲਾ ਬੰਦ ਆਇਆ ਹੈ। ਇੱਥੇ ਵੀ 73 ਪੌੜੀਆਂ ਨੇ, ਇੱਕੋ ਵਾਰੀ ਰਹਾਉ ਵਾਲਾ ਬੰਦ ਆਇਆ ਹੈ। ਤੇ ਭਾਵ ਕਿ ਰਹਾਉ ਨੂੰ ਸਦਾ ਅਸੀਂ ਕੇਂਦਰ ਬਣਾ ਕੇ ਅੱਗੇ ਚੱਲਣਾ ਹੁੰਦਾ ਹੈ ਜੀ। ਕਾਬਨ ਤੁਮੈ ਗੁਰੂ ਸਾਹਿਬ ਕਹਿ ਰਹੇ ਨੇ ਕਿਆ ਭਵੀ ਹੈ ਸੱਚ ਸੂਚਾ ਹੋਏ। ਹੇ ਜੋਗੀ ਕੀ ਭੌਣ ਦਾ ਫਾਇਦਾ ਹੈ, ਘੁੰਮਣ ਦਾ ਫਾਇਦਾ ਹੈ, ਯਾਤਰਾ ਦਾ ਕੀ ਫਾਇਦਾ ਹੈ, ਜੋਗੀ ਬਣਨ ਦਾ ਕੀ ਫਾਇਦਾ ਹੈ। ਤੁਸੀਂ ਸੱਚ ਦੇ ਰਾਹ ਤੇ ਸੁੱਚੇ ਹੋ ਕੇ ਕਿਵੇਂ ਚੱਲ ਸਕਦੇ ਹੋ। ਸਾਚ ਸ਼ਬਦ ਬਿਨ ਮੁਕਤ ਨਾ ਹੋਏ। ਸੱਚ ਤੇ ਆਧਾਰਿਤ ਜਿਹੜਾ ਗਿਆਨ ਹੈ ਇਹਦੇ ਤੋਂ ਬਿਨਾਂ ਬੰਦਾ ਬੰਧਰਾਂ ਤੋਂ ਮੁਕਤ ਕਦੇ ਨਹੀਂ ਹੋ ਸਕਦਾ। ਸਾਰੀ ਇਸ 73 ਪੌੜੀਆਂ ਦਾ ਕੇਂਦਰੀ ਭਾਵ ਇਹ ਹੈ ਜਿਹੜਾ ਜੋਗੀਆਂ ਨੂੰ ਗੁਰੂ ਨਾਨਕ ਸਾਹਿਬ ਨੇ ਸੁਣਾਇਆ। ਸਭ ਤੋਂ ਵੱਡੀ ਗੱਲ ਇੱਥੇ ਆਪਾਂ ਇਹ ਕਹਿਣਾ ਚਾਹੁੰਦਾ ਮੈਂ ਕਿ ਇਸ ਵੱਡੀ ਜਿਹੜੀ ਬਹਿਸ ਮੁਬਾਸਾ ਸੀ ਲੋਕਾਂ ਨੇ ਸੁਣਿਆ ਤੇ ਉੱਤਰੀ ਭਾਰਤ ਦੇ ਵਿੱਚੋਂ ਜੋਗੀਆਂ ਦੀਆਂ ਜੜਾਂ ਉਖੜ ਗਈਆਂ। ਅੱਜ ਤੱਕ ਜੋਗੀ ਜਾਂ ਤਾਂ ਉਹਨਾਂ ਦੇ ਚੇਲਿਆਂ ਨੇ ਬਾਅਦ ਦੇ ਵਿੱਚ, ਕਿਉਂਕਿ ਮੈਂ ਆਪ ਦੇਖਿਆ ਸਾਧ ਜਾਂ ਜੋਗੀ ਅਖਵਾਉਣ ਵਾਲੇ ਸਾਡੇ ਪਿੰਡ 'ਚ ਵੀ ਕਈ ਘਰ ਸੀ, ਉਹ ਆਪਣੇ ਆਪ ਨੂੰ ਸਾਧ ਤਾਂ ਅਖਵਾਉਂਦੇ ਸੀ, ਮਹੰਤ ਤਾਂ ਅਖਵਾਉਂਦੇ ਸੀ, ਪਰ ਉਹ ਜੋਗੀਆਂ ਦੇ ਚੇਲੇ ਹੋ ਗਏ ਸੀ। ਪਰ ਉਹ ਤੋਂ ਛੱਡ ਕੇ ਫਿਰ ਵਿਆਹ ਕਰਾ ਕੇ ਖੇਤੀ ਪੱਤੀ ਕਰਕੇ ਬਾਕੀ ਕਾਰੋਬਾਰ ਕਰਕੇ ਜ਼ਿੰਦਗੀ ਜਿਉਣ ਲੱਗ ਪਏ ਸੀ। ਉੱਤਰੀ ਭਾਰਤ ਦੇ ਵਿੱਚੋਂ ਜੋਗੀਆਂ ਦੀ ਪੂਰੀ ਤਰ੍ਹਾਂ ਕਿਲਾ ਢਹਿ ਢੇਰੀ ਹੋ ਗਿਆ ਸੀ। ਇਸ ਵਿਚਾਰ ਚਰਚਾ ਤੋਂ ਬਾਅਦ ਜੋਗੀ ਲਗਾਤਾਰ ਡਿੱਗਦੇ ਚਲੇ ਗਏ। ਭਾਰਤ ਦੇ ਵਿੱਚ ਅਜੇ ਵੀ ਤਾਕਤ ਉਹਨਾਂ ਦੀ ਕੁਝ ਤੱਕ ਹੈ, ਪਰ ਉੱਤਰੀ ਭਾਰਤ ਦੇ ਵਿੱਚੋਂ ਖਤਮ ਹੋ ਚੁੱਕੇ ਹੋਏ ਨੇ। ਬਿਲਕੁਲ ਠੀਕ ਹੈ ਬਾਪੂ ਜੀ। ਜਦੋਂ ਬਾਹਰਲੇ ਏਰੀਏ 'ਚ ਜਾਂਦੇ ਆ ਨਾ ਪੰਜਾਬ ਤੋਂ ਬਾਹਰ, ਤਾਂ ਬਥੇਰੇ ਇਦਾਂ ਦੇ ਮਿਲ ਜਾਂਦੇ ਆ ਵੇਖਣ ਨੂੰ। ਕਿਤੇ ਸਟੇਸ਼ਨਾਂ ਤੇ ਬੈਠੇ ਹੁੰਦੇ ਆ, ਕਿਤੇ ਕਿਤੇ ਭਾਵ ਇਹਨਾਂ ਜਿਨ੍ਹਾਂ ਦੀ ਜ਼ਿੰਦਗੀ 'ਚ ਖੁਦ ਦੀ 'ਚ ਸਕੂਨ ਨਹੀਂ ਹੈਗਾ ਜਾਂ ਉਹ ਚੰਗੀ ਜ਼ਿੰਦਗੀ ਜਾਂ ਜੀਵਨ ਸ਼ੈਲੀ ਨੂੰ ਨਹੀਂ ਸਮਝਦੇ, ਅੱਗੋਂ ਆਪਣੇ ਆਪ ਨੂੰ ਜੋਗੀ ਹੋਣ ਦਾ ਜਿਹੜਾ ਦਾਅਵਾ ਕਰਦੇ ਆ, ਸਾਰਾ ਦਿਨ ਨਸ਼ਾ ਕਰਦੇ ਆ। ਔਰ ਇਹੋ ਜਿਹੇ ਬੰਦਿਆਂ ਤੋਂ ਗੁਰੂ ਪਾਤਸ਼ਾਹ ਜੀ ਨੇ ਸਾਡਾ ਖਹਿੜਾ ਛੁਡਾਇਆ ਵੀ ਇਹਨਾਂ ਤੋਂ ਸੇਧ ਕੋਈ ਨਹੀਂ ਲਈ ਜਾ ਸਕਦੀ। ਇਹ ਖੁਦ ਆਪਣੀ ਜ਼ਿੰਦਗੀ ਨੂੰ ਪਸ਼ੂਆਂ ਦੇ ਸਮਾਨ ਜਿਉਂਦੇ ਆ। ਆਪਾਂ ਅੱਗੇ ਚੱਲਦੇ ਹਾਂ ਜੀ। ਜਦੋਂ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਚੱਲ ਬਟਾਲੇ ਆਈ ਦੀ ਗੱਲਬਾਤ ਕੀਤੀ ਹੈ, ਇੱਥੇ ਜੋਗੀਆਂ ਨੇ ਗੁੱਸਾ ਵੀ ਖਾਧਾ ਤੇ ਉਹਨਾਂ ਨੇ ਖੁਦ ਕਰਾਮਾਤਾਂ ਵੀ ਦਿਖਾਈਆਂ। ਤੇ ਇੱਥੇ ਫਿਰ ਬਾਬਾ ਜੀ ਦੀ ਕੀ ਕਾਰਗੁਜ਼ਾਰੀ ਰਹੀ ਜਦੋਂ ਉਹਨਾਂ ਨੇ ਆਪਦੀ ਆਕੜ ਜਿਹੜੀ ਆ ਉਹ ਭੱਜਦੀ ਦੇਖੀ, ਉਹਨਾਂ ਨੇ ਆਪਣੇ ਆਪ ਨੂੰ ਨੀਵੇਂ ਹੁੰਦਾ ਦੇਖਿਆ ਤੇ ਗੁਰੂ ਨਾਨਕ ਦੇ ਨਾਲ ਉਹਨਾਂ ਨੇ ਜਿਹੜੀ ਖੁਣਸ ਖਾਧੀ ਸੀ ਉਹਦਾ ਜਿਹੜਾ ਆਪਾਂ ਚਰਚਾ ਅੱਜ ਚੰਗੀ ਤਰ੍ਹਾਂ ਕੀਤਾ। ਇਹਦਾ ਅਖੀਰਲਾ ਰਿਜ਼ਲਟ ਜਿਹੜਾ ਸੀ ਉਹ ਆਪਾਂ ਵੈਸੇ ਤੁਸੀਂ ਸਾਂਝਾ ਵੀ ਕੀਤਾ, ਜਿਵੇਂ ਉੱਤਰੀ ਖੇਤਰ ਦੇ ਵਿੱਚ ਇਹਨਾਂ ਦੀਆਂ ਜੜਾਂ ਉਖੜ ਗਈਆਂ। ਤੇ ਉਹ ਬਾਬਾ ਜੀ ਕਿੱਦਾਂ ਦੀਆਂ ਜਿਹੜੀਆਂ ਸੀ ਕਰਾਮਾਤਾਂ ਉਹਨਾਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ, ਔਰ ਜਿਹੜਾ ਅਖੀਰਲਾ ਆਪਣਾ ਸਵਾਲ ਹੈ ਇਹਦੇ ਬਾਰੇ। ਉਹਨਾਂ ਨੇ ਨਾ ਲੋਕਾਂ ਦੇ ਉੱਤੇ ਅਸਲ ਦੇ ਵਿੱਚ ਦਬਾਅ ਪਾਇਆ ਹੋਇਆ ਸੀ ਕਿ ਇਸ ਤਰ੍ਹਾਂ ਦੀਆਂ ਕਰਾਮਾਤਾਂ ਹੁੰਦੀਆਂ ਨੇ, ਤੁਹਾਡਾ ਆਹ ਨੁਕਸਾਨ ਹੋ ਸਕਦਾ, ਆਹ ਫਾਇਦਾ ਹੋ ਸਕਦਾ। ਕਿ ਉਹ ਜਿਹੜਾ ਕਿ ਡਰ ਸੀ ਲੋਕਾਂ ਦੇ ਮਨਾਂ 'ਚ, ਉਹ ਝੂਠ ਨੂੰ ਵੀ ਸੱਚ ਮੰਨ ਲੈਂਦੇ ਸੀ। ਮੈਂ ਆਪ ਤਜਰਬਾ ਕਰਕੇ ਵੇਖਿਆ। ਮੈਂ ਕਿਸੇ ਤੋਂ ਸੁਣਿਆ ਕਿ ਦੂਜੇ ਨੂੰ ਹੈਪਨੋਟਾਈਜ਼ ਕਿਵੇਂ ਕਰਨਾ, ਤੁਹਾਡੀ ਗੱਲ ਲੋਕੀ ਕਿਵੇਂ ਮੰਨ ਲੈਂਦੇ ਨੇ। ਪਹਿਲਾਂ ਤਾਂ ਮੈਂ ਆਪਣੇ ਪਿੰਡ 41 ਦਿਨ 40 ਦਿਨ ਕਿਸੇ ਮੰਤਰ ਦਾ ਜਾਪ ਕੀਤਾ ਤੇ ਆਲੇ ਦੁਆਲੇ ਮੈਂ ਦੱਸਿਆ ਲੋਕਾਂ ਨੂੰ ਕਿ ਮੈਂ ਇਹ ਮੰਤਰ ਲਗਾਤਾਰ ਪੜ੍ਹ ਰਿਹਾ, ਇਹਦੇ ਨਾਲ ਅਸੀਮ ਸ਼ਕਤੀਆਂ ਮੇਰੇ 'ਚ ਆ ਜਾਂਦੀਆਂ ਨੇ ਤੇ ਮੈਂ ਤੁਹਾਡੇ ਮਨ ਦੀ ਗੱਲ ਬੁੱਝ ਸਕਦਾ। ਜਦੋਂ ਮੈਂ ਸਵੇਰੇ ਰੋਜ਼ 1 ਘੰਟਾ ਇਸ ਤਰ੍ਹਾਂ ਬੈਠ ਜਾਣਾ ਤੇ ਉਹ ਮੰਤਰ ਦਾ ਜਾਪ ਕਰਨਾ ਤੇ ਉਸ ਤੋਂ ਬਾਅਦ 40 ਦਿਨ ਪੂਰੇ ਹੋਣ ਤੋਂ ਬਾਅਦ ਛੋਟੇ ਉਮਰ ਦੇ ਨਾਬਾਲਗ ਬੱਚਿਆਂ ਨੂੰ ਇਕੱਠੇ ਕਰਨਾ ਤੇ ਉਹਨਾਂ ਨੂੰ ਮੈਂ ਗੱਲਾਂ ਬੁੱਝ ਦੇਣੀਆਂ ਕਿ ਤੇਰੇ ਮਨ ਦੇ ਵਿੱਚ ਆਹ ਚੱਲ ਰਹੀ ਆ, ਆਹ ਚੱਲ ਰਹੀ ਆ, ਤੇ ਉਹਨਾਂ ਨੇ ਮੇਰੀ ਗੱਲ ਨੂੰ ਹਾਂ ਕਰ ਦੇਣਾ ਕਿ ਹਾਂ ਤੁਸੀਂ ਸੱਚ ਕਹਿ ਰਹੇ ਹੋ, ਮੈਂ ਇਹੀ ਸੋਚ ਰਿਹਾ ਸੀ। ਲੋਕਾਂ ਨੇ ਵੱਡੀ ਉਮਰ ਦੇ ਨੇ ਹੈਰਾਨ ਹੋਣਾ। ਮੈਂ ਜਦੋਂ ਉਹ ਸਾਰਾ ਕੰਮ ਕਰ ਚੁੱਕਿਆ, ਲੋਕਾਂ ਤੇ ਪ੍ਰਭਾਵ ਥੋੜਾ ਬਹੁਤਾ ਪੈ ਗਿਆ, ਜਾਦੂ ਮੰਤਰਾਂ ਵਾਲੇ ਮੰਨਣ ਲੱਗ ਪਏ ਮੈਨੂੰ। ਫਿਰ ਮੈਂ ਦੱਸਿਆ ਕਿ ਮੈਂ ਜਾਦੂ ਮੰਤਰ ਕੋਈ ਨਹੀਂ ਸੀ ਕਰ ਰਿਹਾ, ਮੇਰੇ ਇਸ ਭਗਤੀ ਦਾ ਤਪੱਸਿਆ ਦਾ ਤੁਹਾਡੇ ਉੱਤੇ ਝੂਠਾ ਪ੍ਰਭਾਵ ਪੈ ਗਿਆ ਸੀ। ਇਹ ਨਿਆਣੀ ਉਮਰ ਦੇ ਬੱਚੇ ਮੇਰੇ ਮੂਹਰੇ ਬੋਲਣ ਦੀ ਹਿੰਮਤ ਨਹੀਂ ਸੀ ਕਰਦੇ। ਜਿਹੜਾ ਕੁਝ ਮੈਂ ਕਹਿੰਦਾ ਸੀ ਤੁਹਾਡੇ ਮਨ 'ਚ ਆਹ ਚੱਲ ਰਿਹਾ, ਉਹਦੇ ਤੇ ਹਾਂ ਕਰਦੇ ਸੀ ਵੀ ਜੇ ਅਸੀਂ ਨਾ ਕਰ ਦਿੱਤੀ ਸਾਨੂੰ ਕਿਤੇ ਸਰਾਪ ਨਾ ਦੇ ਦੇਵੇ, ਸਾਡਾ ਕੋਈ ਨੁਕਸਾਨ ਨਾ ਹੋ ਜਾਵੇ। ਇਹ ਵਿਚਾਰੇ ਡਰਦੇ ਸੀ ਸਾਰੇ
ਕੁਝ। ਉਹ ਹੈਰਾਨ ਹੋ ਕੇ ਕਹਿੰਦੇ ਇਸ ਦਾ ਸੋਚੀ ਨਹੀਂ ਕਦੇ। ਇਸੇ ਤਰ੍ਹਾਂ ਇਹਨਾਂ ਜੋਗੀਆਂ ਨੇ ਬੱਚਿਆਂ ਵਰਗੇ ਦਿਮਾਗਾਂ ਵਾਲੇ ਲੋਕਾਂ ਨੂੰ ਕਾਬੂ ਕੀਤਾ ਹੋਇਆ ਸੀ। ਅੱਜ ਵੀ ਬਹੁਤ ਕਮੀਨੇ ਕਿਸਮ ਦੇ ਜਿਹੜੇ ਜੋਤਸ਼ੀ ਨੇ ਸੜਕਾਂ ਦੇ ਕਿਨਾਰੇ ਤੇ ਬੈਠੇ ਨੇ, ਲੋਕੀ ਉਹਨਾਂ ਤੋਂ ਆਪਣੀ ਕਿਸਮਤ ਪੁੱਛਣ ਜਾਂਦੇ ਨੇ। ਉਹ ਭਲੇ ਲੋਕੋ, ਜਿਹੜਾ ਆਪ ਭਿਖਾਰੀ ਬਣਿਆ ਸੜਕ ਦੇ ਕਿਨਾਰੇ ਤੇ ਬੈਠਾ, ਤੁਹਾਡੀ ਕਿਸਮਤ ਦੱਸੂਗਾ ਉਹ? ਇਹ ਬਹੁਤ ਕੁਝ ਸਾਡੀ ਅਗਿਆਨਤਾ ਦੇ ਕਾਰਨ ਵਾਪਰਿਆ ਹੋਇਆ। ਉੱਥੇ ਗੁਰੂ ਨਾਨਕ ਸਾਹਿਬ ਨੇ ਇਹਨਾਂ ਦਾ ਜਿਹੜਾ ਕੂੜ ਕੁਫਰ ਸੀ ਜੋਗੀਆਂ ਦਾ, ਉਹ ਚੰਗੀ ਤਰ੍ਹਾਂ ਨੰਗਾ ਕਰ ਦਿੱਤਾ। ਇਹਨਾਂ ਦੀਆਂ ਧਮਕੀਆਂ ਤੋਂ ਨਹੀਂ ਡਰੇ। ਇਹਨਾਂ ਨੇ ਯਾਨੀ ਕਿ ਕੌੜੇ ਬਚਨ ਇੰਨੇ ਬੋਲੇ, ਅੱਗ ਉਗਲਣ ਵਾਂਗੂ ਹੋਇਆ। ਤੇ ਗੁਰੂ ਸਾਹਿਬ ਨੂੰ ਇਹਨਾਂ ਨੇ ਕੋਈ ਲੋਟਾ ਵਗੈਰਾ ਲੁਕਾ ਦਿੱਤਾ, ਪੈਸੇ ਵਗੈਰਾ ਜਿਹਦੇ ਵਿੱਚ ਪੈਂਦੇ ਸੀ। ਗੁਰੂ ਨਾਨਕ ਸਾਹਿਬ ਪਹਿਲੀ ਨਿਗਰਾਨੀ ਰੱਖ ਰਹੇ ਸੀ ਕਿ ਇਹ ਕੋਈ ਸ਼ਰਾਰਤ ਕਰਨਗੇ। ਉਹ ਲੋਟਾ ਵਗੈਰਾ ਜਿੱਥੇ ਲੁਕਾਇਆ ਸੀ, ਇਹਨਾਂ ਨੇ ਰੌਲਾ ਪਾਇਆ ਕਿ ਤੁਸੀਂ ਲੱਭ ਕੇ ਦਿਖਾਓ ਜੇ ਕਰਾਮਾਤ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਸੇਵਕ ਨੂੰ ਕਹਿਤਾ, ਉਹ ਫਲਾਣੀ ਥਾਂ ਮੈਂ ਰੱਖਿਆ ਪਿਆ, ਚੱਕ ਲਿਆ ਭਾਈ, ਮੈਨੂੰ ਪਹਿਲਾਂ ਹੀ ਪਤਾ ਸੀ ਇਹ ਸ਼ਰਾਰਤਾਂ ਕਰਨਗੇ, ਲੋਕਾਂ ਦੇ ਪ੍ਰਭਾਵ ਪਾਉਣਗੇ। ਉਹ ਸੇਵਕ ਨੇ ਲੋਟਾ ਲਿਆ ਕੇ ਸਾਰਿਆਂ ਸਾਹਮਣੇ ਰੱਖਤਾ ਵੀ ਇਹ ਉੱਡ ਕੇ ਕਿਤੇ ਨਹੀਂ ਗਿਆ, ਆ ਪਿਆ ਇੱਥੇ, ਆਪ ਹੀ ਲੁਕਾ ਕੇ ਆਏ ਨੇ ਇਹ। ਇਹੋ ਜਿਹੀਆਂ ਸ਼ਰਾਰਤਾਂ ਉਹਨਾਂ ਨੇ ਕੀਤੀਆਂ ਤੇ ਸਭ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਨੰਗੇ ਕਰਕੇ ਰੱਖ ਦਿੱਤਾ ਤੇ ਇਹਨਾਂ ਦਾ ਤਕਰੀਬਨ ਉੱਥੇ ਲੱਕ ਟੁੱਟ ਗਿਆ। ਬਿਲਕੁਲ ਜੀ, ਇਹ ਗੱਲ, ਕਿਉਂਕਿ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਗਰੋਹ ਹੁੰਦੇ ਆ, ਗੁੰਡਿਆਂ ਦੇ ਗਰੋਹ ਵੀ ਹੁੰਦੇ ਆ, ਇਹ ਕੋਈ ਸਿੱਧੇ ਭਗਤ ਨਹੀਂ ਹੁੰਦੇ। ਔਰ ਦੂਸਰਾ ਪਾਸਾ, ਜਦੋਂ ਕਿਤੇ ਲੋਕ ਸਿੱਧੀ ਗੱਲ ਇਹਨਾਂ ਦੀ ਨਹੀਂ ਸਮਝਦੇ ਤਾਂ ਇਹ ਆਪ ਉਹਨਾਂ ਨੂੰ ਡਰਾ ਧਮਕਾ ਕੇ ਜਾਂ ਸ਼ਰਾਬਾਂ ਵਾਲੇ ਪਾਸੇ ਸਮਾਜ ਜਿਹੜਾ ਸਾਡਾ ਤੁਰਿਆ ਹੋਇਆ। ਤਾਈਓ ਤਾਂ ਅਸੀਂ ਝੱਟ ਜਿਹੜਾ ਆ ਪਿੰਡਾਂ ਵਾਲਿਆਂ ਨੂੰ ਨਾ, ਮੈਂ 10 ਰੁਪਏ ਕੱਢ ਕੇ ਫੜਾਉਣ ਨੂੰ, ਆਟਾ ਫੜਾਉਣ ਨੂੰ, ਆ ਜਿਹੜੇ ਸੱਪ ਸੁੱਪ ਫੜਦੇ ਫਿਰਦੇ ਹੁੰਦੇ ਨਾ ਪਿੰਡਾਂ 'ਚੋਂ, ਬਿੱਲੀਆਂ ਫੜਦੇ, ਗਿੱਦੜ ਕੁੱਟ ਜੇ, ਉਹਨਾਂ ਦੇ ਬਸ ਜਦੋਂ ਪੀਲੇ ਜੇ ਤੇ ਜਾਂ ਏਦਾਂ ਭਗਵੇਂ ਜੇ ਕੱਪੜੇ ਪਾਏ ਦੇਖਦੇ ਤੇ ਝੱਟ ਕਹਿ ਦਿੰਦੇ ਆ ਵੀ ਬਾਬਾ ਜੀ ਸਾਡੇ ਘਰ ਦਾ ਕੀ ਬਣੂਗਾ। ਏਦਾਂ ਮਤਲਬ ਕਈ ਸਾਰੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਦੇ ਆ। ਇੱਥੋਂ ਤੱਕ ਸੋਨਾ ਦੁੱਗਣਾ ਕਰਨਾ, ਰੁਪਈਏ ਦੁੱਗਣੇ ਕਰਨੇ ਦੇ ਢੋਂਗ ਰਚ ਕੇ ਮਿੰਟ 'ਚ ਲੁੱਟ ਕੇ ਲੈ ਜਾਂਦੇ ਨੇ। ਬਿਲਕੁਲ ਜੀ, ਬਿਲਕੁਲ। ਬਹੁਤ ਸਾਰੇ ਏਦਾਂ ਦੇ ਆਉਂਦੇ ਆ ਕਿ ਉਹ ਨਾ ਤੁਹਾਡੇ ਹੱਥ ਵਿੱਚ ਧਾਗਾ ਦੇ ਦਿੰਦੇ ਆ ਇੱਕ, ਤੇ ਉਹਨੂੰ ਕਹਿੰਦੇ ਆ ਵੀ ਬੀਬੀ ਚੁੱਪ ਕਰਕੇ ਆਹ ਮੰਤਰ ਜਿਹੜਾ ਹੈ ਨਾ, ਜਿਹੜੀ ਤੈਨੂੰ ਪਰੇਸ਼ਾਨੀ ਆ ਉਹ ਬੋਲਦੀ ਤੂੰ ਇਹ ਧਾਗੇ ਦਾ ਗੇੜਾ ਆਪਦੇ ਘਰ ਵਿੱਚ ਕੱਢ ਕੇ ਆ, ਸਾਰੇ ਕਮਰਿਆਂ ਜਾਈ ਤੇ ਆਉਂਦੇ ਨੂੰ ਜੇ ਤੇਰੇ ਘਰ ਪਰੇਸ਼ਾਨੀ ਹੋਈ ਤੇ ਧਾਗਾ ਛੋਟਾ ਹੋ ਜਾਊਗਾ। ਤੇ ਉਹ ਇਸ ਤਰੀਕੇ ਦੀਆਂ ਟ੍ਰਿਕਾਂ ਜਿਹੜੀਆਂ ਨਾ, ਮੈਜੀਕਲ ਟ੍ਰਿਕ ਨੇ। ਮੈਜੀਕਲ ਤਾਂ ਕੀ ਹੈ, ਧੋਖੇਬਾਜ਼ੀ ਆ ਔਰ ਸ਼ੋਸ਼ੇਬਾਜ਼ੀ ਆ, ਇਦਾਂ ਦੇ ਕਰਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਸਾਡਾ ਮੇਨ ਮਕਸਦ ਇਹ ਵੀ ਹੈ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਬਚੀਏ। ਔਰ ਆਪਾਂ ਬਾਪੂ ਜੀ ਦਾ ਵੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ, ਤੁਸੀਂ ਟਾਈਮ ਕੱਢਦੇ ਹੋ ਔਰ ਜਿਹੜਾ ਸਮਾਜ ਨੂੰ ਇਹ ਨਵੀਂ ਸੇਧ ਦੇਣ ਦੇ ਲਈ, ਚੰਗੀ ਸੇਧ ਦੇਣ ਦੇ ਲਈ ਉਪਰਾਲਾ ਕਰਦੇ ਹੋ, ਮਿਹਨਤ ਕਰਦੇ ਹੋ। ਸਰੋਤਿਓ, ਅਗਲੀ ਵਾਰ ਵੀ ਅਸੀਂ ਇਸੇ ਤਰੀਕੇ ਦੇ ਕੁਝ ਸਵਾਲ ਤੇ ਕੁਝ ਜਵਾਬ ਜਿਹੜੇ ਆ ਉਹ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵਿੱਚੋਂ ਤੁਹਾਡੇ ਤੱਕ ਲੈ ਕੇ ਆਵਾਂਗੇ। ਕੋਸ਼ਿਸ਼ ਏਦਾਂ ਦੀ ਹੁੰਦੀ ਹੈ ਕਿ ਜਿਵੇਂ ਅੱਜ ਗੱਲ ਚੱਲ ਰਹੀ ਸੀ, ਕਿਸੇ ਨੇ ਫੇਸਬੁੱਕ ਤੇ ਪਾਇਆ ਹੋਇਆ ਸੀ ਕਿ ਖੁਦ ਬਾਣੀ ਪੜ੍ਹੋ ਤੇ ਸਿਆਣੇ ਬਣੋ। ਪਹਿਲਾਂ ਇਹ ਕਿਹਾ ਜਾਂਦਾ ਸੀ ਸਿਆਣੇ ਬਣੋ, ਤੇ ਜਦੋਂ ਸਿਆਣਾ ਬਣਨ ਲੱਗਾ ਸਮਾਜ, ਸਵਾਲ ਪੁੱਛਣ ਲੱਗਾ ਤੇ ਹੁਣ ਭੈੜਾ ਲੱਗਣ ਲੱਗ ਗਿਆ। ਹੁਣ ਕਹਿੰਦੇ ਬਈ ਤਰਕ ਤਾਂ ਕੀਤਾ ਨਹੀਂ ਜਾ ਸਕਦਾ, ਦਲੀਲਾਂ ਦਿੱਤੀਆਂ ਨਹੀਂ ਜਾ ਸਕਦੀਆਂ। ਬਹੁਤ ਸਾਰੇ ਸਾਡੇ ਪ੍ਰਚਾਰਕ ਜਿਹੜੇ ਆ ਉਹ ਸੇਵਾ ਲਹਿਰ ਦੇ ਨਾਮ ਤੇ ਵੀ ਇਸ ਤਰੀਕੇ ਦੇ ਕੰਮ ਹੁਣ ਕਰਨ ਲੱਗ ਗਿਆ। ਔਰ ਆਓ ਆਪਾਂ ਇਕਜੁੱਟ ਹੋਈਏ। ਸਮਾਜ ਬੜਾ ਸੋਹਣਾ ਹੈ, ਜ਼ਿੰਦਗੀ ਬੜੀ ਛੋਟੀ ਹੈ, ਚੰਗੇ ਤਰੀਕੇ ਨਾਲ ਗੁਜ਼ਾਰੀਏ। ਜਿਹੜੇ ਡਰਾਉਂਦੇ ਧਮਕਾਉਂਦੇ ਆ ਭਾਈ, ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪ ਖੁਦ ਕੋਈ 4 ਅੱਖਰ ਪੜ੍ਹ ਲਓ ਤੇ ਸਮਾਜ ਦਾ ਕੁਝ ਭਲਾ ਕਰ ਲਓ। ਜਿੱਥੇ ਬੈਠੇ ਹੋ ਉੱਥੇ ਕੁਝ ਚੰਗਾ ਕਰ ਲਓ। ਦੂਜਿਆਂ ਨੂੰ ਡਰਾ ਧਮਕਾ ਕੇ ਤੁਸੀਂ ਉਹਨਾਂ ਦਾ ਵੀ ਜੀਵਨ ਖਰਾਬ, ਉਹਨਾਂ ਦਾ ਟਾਈਮ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ, ਚੰਗੇ ਪਾਸੇ ਲੱਗੋ। ਬਾਪੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਓਕੇ ਜੀ, ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।